ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਹਾਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਕੈਨੇਡਾ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਤੇ ਮੌਜੂਦਾ ਸਮੇਂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਨਾਲ ਪਾਣੀ ਦੇ ਸਰੋਤਾਂ ਦੇ ਮਾਹਰ ਡਾਕਟਰ ਹਰਮਨਜੀਤ ਸਿੰਘ ਮੌਜੂਦ ਨੇ। ਅੱਗੇ ਵੀ ਅਸੀਂ ਪੰਜਾਬ ਤੇ ਪੰਜਾਬੀਆਂ ਦੇ ਨਾਲ ਜੁੜੇ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਰਹਿੰਦੇ ਹਾਂ। ਅੱਜ ਦੀ ਚਰਚਾ ਕਿਸਾਨੀ ਦੇ ਉੱਤੇ, ਪਾਣੀ ਦੇ ਉੱਤੇ ਤੇ ਪ੍ਰਦੂਸ਼ਣ ਦੇ ਉੱਤੇ ਸਮਰਪਿਤ ਹੈ। ਕੇਂਦਰ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਚਾਹੁੰਦੇ ਹਾਂ, ਕਿਸਾਨਾਂ ਦਾ ਭਲਾ ਕਰਨਾ ਚਾਹੁੰਦੇ ਹਾਂ, ਕਿਸਾਨਾਂ ਦਾ ਫਾਇਦਾ ਹੋਣਾ। ਪਰ ਨਾਲੋਂ ਨਾਲ ਸਵਾਲ ਇਹ ਉੱਠਦੇ ਨੇ ਕਿ ਕਿਸਾਨ ਆਪਣਾ ਫਾਇਦਾ ਕਿਉਂ ਨਹੀਂ ਕਰਾ ਰਹੇ। ਕਿਸਾਨ ਕਹਿੰਦੇ ਕਿ ਸਰਕਾਰ ਦੀ ਮਨਸ਼ਾ ਜਿਹੜੀ ਹੈ ਉਹ ਸਾਡੇ ਫਾਇਦੇ ਵਿੱਚ ਨਹੀਂ ਹੈਗੀ, ਉਹ ਕਾਰਪੋਰੇਟ ਦੇ ਫਾਇਦੇ ਵਿੱਚ ਹੈ। ਉਹ ਤਾਂ ਸਿੱਧਾ ਸਿੱਧਾ ਸਾਰਿਆਂ ਨੂੰ ਨਜ਼ਰ ਆਉਂਦਾ ਜਦੋਂ ਅਡਾਨੀ ਦੀ ਆਮਦਨ ਜਿਹੜੀ ਹੈ ਉਹ ਜਿਸ ਤਰੀਕੇ ਨਾਲ ਹਰ ਸਕਿੰਟ ਵੱਧਦੀ ਆ, ਤੇ ਉਹਦੇ ਤੋਂ ਅੰਦਾਜ਼ਾ ਲੱਗ ਸਕਦਾ ਕਿ ਕਿਸ ਢੰਗ ਦੇ ਨਾਲ ਕਾਰਪੋਰੇਟ ਹਰ ਪਾਸੇ ਆਪਣਾ ਦਬਦਬਾ ਬਣਾਈ ਬੈਠਾ। ਇਸ ਸਭ ਦੇ ਉੱਤੇ ਗੱਲਬਾਤ ਕਰਾਂਗੇ। ਬੁੱਢੇ ਨਾਲੇ ਦੀ ਵੀ ਗੱਲਬਾਤ ਹੋਏਗੀ ਤੇ ਸ਼ੁਰੂਆਤ ਜਿਹੜੀ ਹੈ ਉਹ ਪਾਣੀ ਦੇ ਪ੍ਰਦੂਸ਼ਣ ਤੋਂ ਕਰ ਲੈਂਦੇ ਆ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ ਤੇ ਤਖਤ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰੀ ਕਹਿੰਦੇ ਨੇ ਕਿ ਅਸੀਂ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਵੇਈ ਨਦੀ ਦਾ ਜਿਹੜਾ ਉਹ ਪਾਣੀ ਵੀ ਪੀਤਾ ਤੇ ਉਹਨੂੰ ਲੈ ਕੇ ਵੀ ਚਰਚਾਵਾਂ ਛਿੜੀਆਂ। ਸੀਚੇਵਾਲ ਸਾਹਿਬ ਵੀ ਕਹਿੰਦੇ ਨੇ ਕਿ ਅਸੀਂ ਵੇਈ ਨਦੀ ਤੋਂ ਬਾਅਦ ਹੁਣ ਬੁੱਢੇ ਨਾਲੇ ਦੀ ਸਫਾਈ ਕਰਨੀ ਹੈ, ਪਾਣੀ ਨੂੰ ਬਚਾਉਣਾ, ਪੰਜਾਬ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ। ਕੇਂਦਰ ਸਰਕਾਰ ਕਹਿੰਦੀ ਹੈ ਕਿ ਕਿਸਾਨ ਤੁਪਕਾ ਪ੍ਰਣਾਲੀ ਵਾਲੇ ਪਾਸੇ ਤੁਰਨ। ਬਹੁਤ ਸਾਰੇ ਇਹੋ ਜਿਹੇ ਸਵਾਲ ਨੇ। ਕਿਸਾਨ ਕਹਿੰਦੇ ਕਿ ਸਾਡੀਆਂ ਸਮੱਸਿਆਵਾਂ ਜਿਹੜੀਆਂ ਉਹ ਹੋਰ ਨੇ। ਜੇ ਜ਼ਮੀਨੀ ਲੈਵਲ ਦੇ ਉੱਤੇ, ਜ਼ਮੀਨੀ ਪੱਧਰ ਦੇ ਉੱਤੇ ਆ ਕੇ ਸਰਕਾਰ ਦੇਖੇ ਤਾਂ ਉਹਨਾਂ ਨੂੰ ਪਤਾ ਲੱਗੇ ਕਿ ਪਾਣੀ ਦੀ ਸਮੱਸਿਆ ਦਾ ਹੱਲ ਕਿਸਾਨ ਕਿਉਂ ਨਹੀਂ ਕਰ ਪਾ ਰਹੇ। ਜੀ ਸੁਖਵਿੰਦਰ ਜੀ, ਆਪਾਂ ਨਾ ਮਤਲਬ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਜਾਨੀ ਕਿ ਇਹਨਾਂ ਨੇ ਕਾਗਜ਼ੀ ਰੂਪ ਦੇ ਵਿੱਚ ਤਾਂ ਬਹੁਤ ਕੁਛ ਕੀਤਾ। ਜਿਵੇਂ ਪੰਜਾਬ ਸਰਕਾਰ ਦਾ ਮੈਂ ਤੁਹਾਨੂੰ ਦੱਸ ਰਿਹਾ ਵੀ ਇਹਨਾਂ ਨੇ ਆਪਣਾ 2020 ਦੇ ਵਿੱਚ ਪੰਜਾਬ ਵਾਟਰ ਰਿਸੋਰਸਿਸ ਮੈਨੇਜਮੈਂਟ ਐਂਡ ਰੈਗੂਲੇਸ਼ਨ ਐਕਟ ਬਣਾਇਆ। ਉਹਦੇ ਅਧੀਨ ਇਹਨਾਂ ਨੇ ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ ਬਣਾਈ, ਜਿਹਦੇ ਕਰਨ ਅਵਤਾਰ ਸਿੰਘ ਚੇਅਰਮੈਨ ਆ ਤੇ ਡਾਕਟਰ SS ਕੁੱਕਲ ਉਹਦੇ ਮੈਂਬਰ ਆ। ਤੇ ਉਸ ਤੋਂ ਬਾਅਦ ਇਹਨਾਂ ਨੇ ਉਹਦੀਆਂ ਗਾਈਡਲਾਈਨਸ ਵੀ ਬਣਾਈਆਂ, ਗਾਈਡਲਾਈਨਸ ਫॉर ਗਰਾਊਂਡ ਵਾਟਰ ਐਕਸਟ੍ਰੈਕਸ਼ਨ। ਪਰੰਤੂ ਉਹ ਗਾਈਡਲਾਈਨਸ ਹਾਲ ਤੱਕ ਡਰਾਫਟ ਹੀ ਪਈਆਂ। ਤੇ ਉਹ ਜਿਹੜੀਆਂ ਗਾਈਡਲਾਈਨਸ ਮੈਂ ਪੜ੍ਹ ਰਿਹਾ ਸੀਗਾ ਉਹਦੇ ਵਿੱਚ ਵੀ ਨਾ ਮਤਲਬ ਇਹਦੇ ਚ ਸੀਗਾ ਇੰਡਸਟਰੀਅਲ ਤੇ ਕਮਰਸ਼ੀਅਲ ਪਾਣੀ ਵਰਤਣ ਲਈ ਵੀ ਉਹਨੂੰ ਕਿਵੇਂ ਆਪਾਂ ਨੇ ਅਲਾਓ ਕਰਨਾ ਜਾਂ ਕਿਵੇਂ ਕਰਨਾ। ਉਹਦੇ ਵਿੱਚ ਮੈਂ ਦੇਖ ਰਿਹਾ ਸੀਗਾ ਵੀ ਉਹਦੇ ਵਿੱਚ ਵੀ ਗਾਈਡਲਾਈਨਸ ਦੇ ਵਿੱਚ ਵੀ ਜਿਹੜੀ ਵੱਡੀਆਂ ਇੰਡਸਟਰੀਆਂ ਉਹਨਾਂ ਨੂੰ ਫਾਇਦਾ ਦਿੱਤਾ ਗਿਆ। ਫॉर ਐਗਜ਼ਾਮਪਲ ਤੁਹਾਨੂੰ ਦੱਸਣਾ, ਜੇ ਕੋਈ ਵਿਅਕਤੀ 10 ਜਾਂ 10 ਤੋਂ ਲੈ ਕੇ 100 ਕਿਊਬਿਕ ਮੀਟਰ ਪਰ ਡੇ ਦੇ ਹਿਸਾਬ ਨਾਲ ਲੈਂਦਾ, ਵਰਤੋਂ ਕਰਦਾ, ਤਾਂ ਉਹਨੂੰ 18 ਰੁਪਏ ਲੱਗਣਗੇ। ਪਰੰਤੂ ਜੇ ਕੋਈ 100 ਕਿਊਬਿਕ ਮੀਟਰ ਤੋਂ ਉੱਤੇ ਕਰਦਾ ਤਾਂ ਉਹਨੂੰ 22 ਰੁਪਏ ਲੱਗਣਗੇ। ਪਰ ਉਸ ਤੋਂ ਬਾਅਦ ਚਾਹੇ 1000 ਵਰਤੇ ਚਾਹੇ 10,000 ਵਰਤੇ। ਸੋ ਮਤਲਬ ਵੀ ਵੱਡੀਆਂ ਫੈਕਟਰੀਆਂ ਨੇ ਤਾਂ ਵੱਡੀ ਮਾਤਰਾ 'ਚ ਹੀ ਕਰਨਾ। ਸੋ ਮਤਲਬ ਪਹਿਲਾਂ ਤਾਂ ਉਹ ਗਾਈਡਲਾਈਨਸ ਬਣਾਈਆਂ ਹੀ ਗਲਤ ਗਈਆਂ ਤੇ ਉਹ ਬਣਾਉਣ ਤੋਂ ਬਾਅਦ ਵੀ ਉਹ ਰੈਗੂਲੇਟ ਜਾਨੀ ਹਲੇ ਡਰਾਫਟ ਪਈਆਂ, ਲਾਗੂ ਨਹੀਂ ਕੀਤੀਆਂ ਗਈਆਂ। ਜਿਵੇਂ ਹੁਣ ਜੇ ਆਪਾਂ ਮੱਤੇਵਾੜੇ ਜੰਗਲ ਦੀ ਗੱਲ ਕਰਦੇ ਸੀ ਤਾਂ ਉੱਥੇ ਕਿੱਡੀ ਵੱਡੀ 950 ਏਕੜ 'ਚ ਇੰਡਸਟਰੀ ਲੱਗਣੀ ਸੀ, ਉਹਨੇ ਕਿੰਨਾ ਪਾਣੀ ਵਰਤਣਾ ਸੀ ਤੇ ਉਹ ਸਾਰਾ ਮੁਫਤ ਵਰਤਦੇ ਆ। ਫॉर ਐਗਜ਼ਾਮਪਲ ਮਤਲਬ ਵੀ ਜੇ 100 ਕਿਊਬਿਕ ਮੀਟਰ ਜਾਨੀ ਕਿ 1 ਮੀਟਰ ਤਿੰਨੇ ਪਾਸੇ ਨੂੰ ਕਰ ਲਈਏ ਤੇ 100 ਹੋ ਗਏ। ਉਹ ਜਾਨੀ ਕਿ ਆਪਾਂ 100 ਮੀਟਰ ਦਾ ਟਰੈਕ ਭਰ ਲਈਏ 1 ਮੀਟਰ ਉੱਚੇ ਪਾਣੀ ਦੇ ਨਾਲ 100/100 ਦਾ। ਸੋ ਦੇਖੋ ਸਿਰਫ 18 ਰੁਪਏ ਦਾ ਪਾਣੀ ਆ ਉਹ। ਤੇ ਜੇ ਇਹਦੇ ਆਪਾਂ ਬੋਤਲਾਂ 'ਚ ਪੈਕ ਕਰਕੇ ਵੇਚਣਾ ਹੋਵੇ ਤਾਂ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਕਿ ਕਿਵੇਂ ਉਹਨਾਂ ਦਾ ਮੁਨਾਫਾ ਹੋਊਗਾ। ਸੋ ਏਦਾਂ ਹੀ ਮਤਲਬ ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਕੈਪਟਨ ਸਾਹਿਬ ਨੇ ਕਮੇਟੀ ਬਣਾਤੀ ਤੇ ਪੰਜਾਬ ਦੇ ਪਾਣੀਆਂ ਬਾਰੇ, ਜਾਨੀ ਖਾਸ ਤੌਰ ਤੇ ਧਰਤੀ ਹੇਠਲੇ ਪਾਣੀ ਬਾਰੇ, ਤੇ ਉਹਦੇ ਚੇਅਰਮੈਨ ਲਾਏ ਗਏ ਰਾਣਾ ਗੁਰਜੀਤ ਜੀ, ਤੇ ਜਿਹੜਾ ਆਪ ਧਰਤੀ ਦਾ ਪਾਣੀ ਜਿਹੜਾ ਪੋਲਿਊਸ਼ਨ ਕਰਦੀਆਂ ਉਹਨਾਂ ਦੀਆਂ ਮਿੱਲਾਂ। ਸੋ ਮਤਲਬ ਜਾਨੀ ਕਿ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ ਵੀ ਸਰਕਾਰ। ਅੱਛਾ, ਇੱਕ ਹੋਰ ਮਜ਼ੇਦਾਰ ਗੱਲ, ਕੈਪਟਨ ਸਰਕਾਰ ਨੇ ਕਿ ਇਜ਼ਰਾਈਲ ਦੀ ਕੰਪਨੀ ਨਾਲ ਸਮਝੌਤਾ ਕੀਤਾ, ਉਹਨੂੰ ਲਗਭਗ 20 ਤੋਂ 25 ਕਰੋੜ ਰੁਪਇਆ ਦਿੱਤਾ ਵੀ ਤੁਸੀਂ ਸਾਨੂੰ ਦੱਸੋ ਰੋਡ ਮੈਪ ਬਣਾ ਕੇ। ਤੇ ਉਹਨਾਂ ਨੇ ਇਰੀਗੇਸ਼ਨ ਮਹਿਕਮੇ ਤੋਂ ਰਿਪੋਰਟ ਲੈ ਲਈ, ਸੋਇਲ ਕੰਜ਼ਰਵੇਸ਼ਨ ਤੋਂ ਲੈ ਲਈ, ਖੇਤੀਬਾੜੀ ਮਹਿਕਮੇ ਤੇ ਉਹ ਸਾਰੀ ਇਕੱਠੀ ਕਰਕੇ ਇੱਕ ਕਿਤਾਬ ਛਾਪ ਕੇ ਦੇ ਗਏ ਤੇ 20-25 ਕਰੋੜ ਰੁਪਇਆ ਲੈ ਕੇ ਤੁਰਦੇ ਬਣੇ। ਸੋ ਮਤਲਬ ਕਾਗਜ਼ਾਂ ਤੇ ਕਾਰਵਾਈਆਂ ਕੀਤੀਆਂ ਜਾਂਦੀਆਂ ਜਾਂ ਮਤਲਬ ਜਿਹੜਾ ਉਹ ਅਸਲ ਰੂਪ ਦੇ ਵਿੱਚ ਜਿਹੜਾ ਪ੍ਰਤੱਖ ਰੂਪ 'ਚ ਆਪਾਂ ਨੂੰ ਕੋਈ ਕੰਮ ਹੋਇਆ ਦਿਖੇ ਉਹ ਨਹੀਂ ਦਿਸਦਾ। ਸੋ ਏਦਾਂ ਹੀ ਜਿਵੇਂ ਹੁਣ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਆ, ਕਿੱਡਾ ਵੱਡਾ ਮਹਿਕਮਾ ਤੇ ਪਰੰਤੂ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਵੀ ਕਿਸੇ ਵੀ ਥਾਂ ਤੇ ਇਹਨਾਂ ਦੇ ਪ੍ਰਦੂਸ਼ਣ, ਮੈਂ ਆਪ ਜਾਂਦਾ ਰਿਹਾ ਇਹਨਾਂ ਦੇ SDO ਦੇ ਨਾਲ, ਤੇ ਕਰਪਸ਼ਨ ਦਾ ਬੋਲਬਾਲਾ ਆਪਾਂ ਨੂੰ ਕਾਹਨ ਸਿੰਘ ਪੰਨੂ ਨੇ ਵੀ ਬਹੁਤ ਵਾਰੀ ਦੱਸ ਚੁੱਕਿਆ ਇਹਦੇ ਬਾਰੇ। ਤੇ ਏਦਾਂ ਹੀ ਨਾ ਆਪਣਾ ਮਤਲਬ ਵੀ ਪੰਜਾਬ ਦੇ ਵਿੱਚ ਜਾਨੀ ਕਿ ਨਾ ਪ੍ਰਦੂਸ਼ਣ ਵਾਲੇ ਪਾਸੇ ਨੂੰ ਤਾਂ ਜਿਹੜੇ ਮਾਪਦੰਡ ਹੀ ਨਹੀਂ ਹਨ ਜਿਹੜਾ ਉਹਨੂੰ ਚੈੱਕ ਕਰਨ ਵਾਲੇ। ਸਭ ਤੋਂ ਮਾੜੀ ਗੱਲ ਇਹ ਆ ਵੀ ਜੇ ਪੰਜਾਬ ਦੇ ਵਿੱਚੋਂ ਕੈਂਸਰ ਟ੍ਰੇਨ ਚੱਲਦੀ ਆ,
ਜਿਵੇਂ ਹੁਣ ਇੱਕ ਗੱਲ ਚੱਲਦੀ ਹੈ ਕਿਸਾਨੀ ਨਾਲ ਜੁੜੀ ਹੋਈ, ਵੀ ਪੰਜਾਬ ਦੇ ਵਿੱਚ ਲਗਭਗ ਹਰ ਰੋਜ਼ 1 ਜਾਂ 2 ਕਿਸਾਨ ਜਿਹੜੇ ਸੁਸਾਈਡ ਕਰਦੇ ਆ। ਹਰ ਪੰਜਾਬ ਦੇ ਸਿਰ ਜਾਣੀ ਕਿ ਕਿਸਾਨਾਂ ਸਿਰ ਲਗਭਗ ਟੋਟਲ 1 ਲੱਖ ਕਰੋੜ ਦਾ ਕਰਜ਼ਾ ਜਿਹੜਾ ਪੰਜਾਬ ਦੇ ਕਿਸਾਨਾਂ ਸਿਰ ਆ। ਤੇ ਜੇ ਮੈਂ ਮੋਟਾ ਜੇ 2-3 ਕਾਰਨ ਲੱਭਾਂ ਤਾਂ ਉਹਦੇ ਵਿੱਚੋਂ ਇੱਕ ਤਾਂ ਹੈਗਾ ਵੀ ਖੇਤੀ ਮਸ਼ੀਨਰੀ ਤੇ ਟਰੈਕਟਰ ਤਾਂ ਚੱਲ ਵਰਤਦੇ ਆ, ਪਰ ਜਿਹੜਾ ਹਰੇਕ ਸਾਲ ਉਹਨਾਂ ਨੂੰ ਆਪਣਾ ਬੋਰ ਦੇ ਵਿੱਚ ਟੋਟਾ ਪਾਉਣਾ ਪੈਂਦਾ, ਜਾਂ ਹਰੇਕ 25 ਸਾਲੀ ਜਾਂ 27-28 ਸਾਲੀ ਨਵਾਂ ਬੋਰ ਕਰਾਉਣਾ ਪੈਂਦਾ, ਜਿਹੜਾ 1.5 ਲੱਖ ਦੇ ਨੇੜੇ ਪੈਂਦਾ। ਮਤਲਬ ਇਸ ਤਰ੍ਹਾਂ ਕਰਜ਼ਾ ਚੜ੍ਹਦਾ। ਦੂਸਰਾ ਕਰਜ਼ਾ ਚੜ੍ਹਦਾ ਜਦ ਘਰ ਦੇ ਵਿੱਚ ਕੋਈ ਬਿਮਾਰ ਹੋ ਜਾਂਦਾ। ਜੇ ਇੱਕ ਵਾਰੀ ਵਿਅਕਤੀ ਹਸਪਤਾਲ ਚਲੇ ਗਿਆ ਤਾਂ 5-7 ਲੱਖ ਦੇ ਤੋਂ ਥੱਲੇ ਆ ਜਾਂਦਾ। ਸੋ ਇਦਾਂ ਇਹ ਕਰਜ਼ਾ ਜਮਾ ਹੋਇਆ ਹੈ। ਤੇ ਇਹਦੇ ਦੋਨਾਂ ਚੀਜ਼ਾਂ ਦੇ ਕਾਰਨ ਦੇਖੀਏ ਤਾਂ ਪਾਣੀ ਦੀ ਮਿਸਮੈਨੇਜਮੈਂਟ ਆ। ਸਰਕਾਰ ਨੇ ਨਾ ਪਾਣੀ ਦੀ ਕੁਆਂਟੀਟੀ ਤੇ ਨਾ ਪਾਣੀ ਦੀ ਕੁਆਲਿਟੀ ਸਾਂਭਣ ਖਾਤਰ ਕੋਈ ਧਿਆਨ ਨਹੀਂ ਦਿੱਤਾ। ਜੀ ਸੁਖਵਿੰਦਰ ਜੀ। ਜੀ, ਜਦੋਂ ਜਦੋਂ ਗੱਲ ਹੁੰਦੀ ਹੈ ਕਿ ਕਿਸਾਨ ਕਹਿੰਦੇ ਕਿ ਅਸੀਂ ਝੋਨੇ ਤੋਂ ਵੀ ਖਹਿੜਾ ਛਡਾਉਣ ਨੂੰ ਤਿਆਰ ਆ, ਅਸੀਂ ਜਿਹੜਾ ਉਹ ਡਾਈਵਰਸੀਫਿਕੇਸ਼ਨ ਵਾਲੇ ਪਾਸੇ ਵੀ ਤੁਰਨ ਨੂੰ ਤਿਆਰ ਆ। ਸਰਕਾਰ ਕਹਿ ਦਿੰਦੀ ਹੈ ਕਿ ਤੁਸੀਂ ਮੂੰਗੀ ਬੀਜੋ, ਤੇ ਮੂੰਗੀ ਦਾ ਹਾਲ ਤੁਸੀਂ ਦੇਖ ਲਿਆ ਹੋਣਾ ਕਿ ਕੀ ਹੋਇਆ। ਪਾਣੀ ਬਚਾਉਣ ਦੀ ਚਾਰਾਜੋਈ ਕੀ ਸਿਰਫ ਬਿਆਨਾਂ ਤੱਕ ਸੀਮਤ ਰਹਿਣੀ ਚਾਹੀਦੀ ਹੈ, ਜਾਂ ਫਿਰ ਜਿਵੇਂ ਕਿਹਾ ਜਾਂਦਾ ਹੈ ਕਿ ਖੇਤੀ ਨੂੰ ਲੈ ਕੇ ਇੱਕ ਨੀਤੀ ਹੋਵੇ ਤਾਂ ਉਸ ਨੀਤੀ ਦੇ ਵਿੱਚ ਇਹ ਸਾਰੀਆਂ ਗੱਲਾਂ ਜੇ ਵਿਚਾਰੀਆਂ ਜਾਣ ਤਾਂ ਕਿਤੇ ਜਾ ਕੇ ਇਸ ਸਮੱਸਿਆ ਦਾ ਹੱਲ ਹੋ ਸਕਦਾ। ਨਹੀਂ ਤਾਂ ਫਿਰ ਇਹ ਤਾਂ ਉਸੇ ਢੰਗ ਨਾਲ ਹੈ ਕਿ ਹਰ ਚੋਣ ਦਾ ਮੁੱਦਾ ਸਿਰਫ ਇਹੋ ਜਿਹੇ ਮੁੱਦੇ ਮਾੜੇ ਮੋਟੇ ਰਹਿ ਜਾਂਦੇ ਨੇ। ਮੈਂ ਸੁਖਵਿੰਦਰ ਜੀ ਉਹੀ ਗੱਲ ਕਰਦਾ ਵੀ ਇਹ ਤਾਂ ਜਿਵੇਂ ਤੁਸੀਂ ਗੱਲ ਕੀਤੀ ਖੇਤੀ ਨੀਤੀ ਦੀ ਬਹੁਤ ਲੋੜ ਆ ਪੰਜਾਬ ਦੇ ਵਿੱਚ। ਦੇਖੋ ਭਗਵੰਤ ਮਾਨ ਸਰਕਾਰ ਨੇ ਆਪਣੇ ਪਲੈਨਿੰਗ ਕਮਿਸ਼ਨ ਦੇ 2 ਮੈਂਬਰ ਲਾਤੇ, ਇੱਕ ਸੁਨੀਲ ਗੁਪਤਾ ਜੀ ਜਿਹੜੇ ਕਿ ਕੈਨਰਾ ਬੈਂਕ ਦੇ ਕਾਫੀ ਵੱਡੇ ਅਫਸਰ ਸਨ, ਤੇ ਦੂਜੇ ਰਜਿੰਦਰ ਗੁਪਤਾ ਜਿਹੜੇ ਟਰਾਈਡੈਂਟ ਦੇ ਮਾਲਕ ਆ। ਉਹਨਾਂ ਨੂੰ ਲਾਉਣਾ ਤਾਂ ਇਹਨਾਂ ਨੂੰ ਬਹੁਤ ਕਾਹਲੀ ਲੱਗੀ, ਨਾਲੇ ਕਿ ਰਜਿੰਦਰ ਗੁਪਤਾ ਜਿਹੜੇ ਹੈਗੇ ਆਪ ਦਾਗੀ ਆ। ਮਤਲਬ ਉਹ ਪਹਿਲੀਆਂ ਸਰਕਾਰਾਂ ਵੇਲੇ ਵੀ ਰਹੇ, ਤੇ ਤੁਹਾਨੂੰ ਪਤਾ ਹੋਣਾ ਵੀ ਕੱਲ ਜਾਂ ਪਰਸੋਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਉਹਨਾਂ ਦੇ ਸਾਰੇ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਕਿਰਤੀ ਕਿਸਾਨ ਯੂਨੀਅਨ ਤੇ ਨਹੀਂ, ਕਿਰਤੀ ਕਿਸਾਨ ਯੂਨੀਅਨ ਆਪਣਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਇਹਨਾਂ ਦੋਨਾਂ ਵੱਲੋਂ ਰਲ ਕੇ ਪੰਜਾਬ ਦੇ ਵਿੱਚ ਲਗਭਗ 13 ਥਾਵਾਂ ਤੇ ਧਰਨੇ ਲਾਏ ਗਏ ਪੱਕੇ 5 ਦਿਨ ਲਈ। ਤੇ ਉਹਨਾਂ ਵਿੱਚ ਸਭ ਤੋਂ ਵੱਡਾ ਜਿਹੜਾ ਧਰਨਾ ਉਹ ਟਰਾਈਡੈਂਟ ਦੇ ਵਿਰੁੱਧ ਲਾਇਆ ਗਿਆ, ਉਹਨੇ ਦਰਵਾਜ਼ੇ ਦੇ ਮੂਹਰੇ। ਉਹਦਾ ਕਾਰਨ ਇਹ ਹੈ ਕਿਉਂਕਿ ਉਹ ਉੱਥੋਂ ਸੂਏ ਦਾ ਪਾਣੀ ਵਰਤ ਰਿਹਾ ਤੇ ਉਸ ਪਾਣੀ ਨੂੰ ਵਰਤ ਕੇ ਬੋਰਾਂ ਰਾਹੀਂ ਧਰਤੀ ਦੇ ਹੇਠ ਸੱਟ ਰਹੇ ਆ। ਸੋ ਉਸ ਬੰਦੇ ਨੂੰ ਤਾਂ ਚੇਅਰਮੈਨ ਲਾਇਆ ਜਾ ਰਿਹਾ ਜੀ ਪੰਜਾਬ ਦੇ ਪਲੈਨਿੰਗ ਕਮਿਸ਼ਨ ਦਾ। ਇਦਾਂ ਹੀ ਮੈਨੂੰ ਆਪਣੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੱਸ ਰਹੇ ਸੀਗੇ ਵੀ ਅਸੀਂ ਵੀ 8 ਅਗਸਤ ਨੂੰ ਉਹਨਾਂ ਨੇ ਸਾਰੇ ਪੰਜਾਬ ਦੇ MLA MPਆਂ ਦੇ ਘਰਾਂ ਦੇ ਵਿੱਚ ਮੋਟਰਸਾਈਕਲ ਮਾਰਚ ਕਰਨਾ। ਸੋ ਕਿਸਾਨ ਕੋਸ਼ਿਸ਼ ਕਰ ਰਿਹਾ ਵੀ ਪਾਣੀ ਦੇ ਮੁੱਦੇ ਨੂੰ ਮੇਨ ਮੁੱਦਾ ਬਣਾਇਆ ਜਾਵੇ ਤੇ ਇਹਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਇਹਦੀਆਂ ਸਮੱਸਿਆਵਾਂ ਦੋਨੋਂ ਨੇ, ਕੁਆਲਿਟੀ ਵੀ ਬਚਾਉਣ ਦੀ ਲੋੜ ਆ, ਕਿਉਂਕਿ ਇੱਕ ਮੈਂ ਸੁਖਵਿੰਦਰ ਜੀ ਜਿੱਕਣਾ ਮੇਰਾ ਪਾਣੀ ਦਾ ਵਿਸ਼ਾ ਤੇ ਨਾਲ ਮੈਂ ਇਹ ਇੱਥੇ ਵੀ ਕੰਮ ਕਰ ਰਿਹਾ, ਕਿਉਂਕਿ ਜਿਹੜਾ ਪਾਣੀ ਇੱਕ ਵਾਰੀ ਬੋਰ ਦੇ ਨਾਲ ਥੱਲੇ ਪੱਤਣ ਤੱਕ ਚਲਿਆ ਗਿਆ ਤਾਂ ਉਸ ਪੱਤਣ ਨੂੰ ਦੁਬਾਰੇ ਠੀਕ ਕਰਨਾ ਅਸੰਭਵ ਕਿਸਮ ਦੀ ਗੱਲ ਆ। ਮਤਲਬ ਅਸੰਭਵ ਆ। ਜੇ ਉਹ ਇੱਕ ਵਾਰੀ ਬੋਰ ਦਾ ਪਾਣੀ ਉਹਦੇ ਵਿੱਚ ਕੋਈ ਜ਼ਹਿਰ ਵਾਲਾ ਪੈ ਗਿਆ ਜਾਂ ਕੋਈ ਪੋਲਿਊਟੈਂਟ ਵਾਲਾ ਪੈ ਗਿਆ ਤਾਂ ਉਹਨੂੰ ਆਪਾਂ ਦੁਬਾਰੇ ਠੀਕ ਨਹੀਂ ਕਰ ਸਕਦੇ। ਜਿਵੇਂ ਹੁਣ ਲੁਧਿਆਣੇ ਬੁੱਢੇ ਨਾਲੇ ਦੀ ਗੱਲ ਕਰਦੇ ਹਾਂ ਜੀ ਆਪਾਂ, ਮਤਲਬ ਸਾਰਾ ਪੰਜਾਬ ਕਹਿੰਦਾ ਵੀ ਉਹ ਬੁੱਢਾ ਦਰਿਆ ਤੋਂ ਉਹ ਗੰਦਾ ਨਾਲਾ ਬੁੱਢਾ ਨਾਲਾ ਬਣ ਗਿਆ, ਮੈਂ ਵੀ ਬੁੱਢਾ ਨਾਲਾ ਹੀ ਕਿਹਾ। ਸੋ ਲੁਧਿਆਣੇ ਦੇ ਵਿੱਚ 3 ਆਪਣੇ ਸੀਵੇਜ ਟ੍ਰੀਟਮੈਂਟ ਪਲਾਂਟ ਆ ਜੀ। ਇੱਕ ਆਪਣਾ ਹੈਗਾ ਤਾਜਪੁਰ ਰੋਡ ਦੇ ਉੱਪਰ ਜਮਾਲਪੁਰ ਦੇ ਵਿੱਚ, ਇੱਕ ਭੱਟੀਆਂ ਦੇ ਵਿੱਚ, ਇੱਕ ਬੱਲੋਕੇ। ਸੋ ਇਹਨਾਂ ਦੇ ਵਿੱਚ ਜਾਣੀ ਕਿ ਨਾ ਉੱਥੇ ਬੁੱਢੇ ਨਾਲੇ ਦੇ ਨਾਲ ਪਿੰਡ ਪੈਂਦਾ ਗੌਂਸਪੁਰ। ਉਹ ਸਾਰੇ ਪਿੰਡ ਵਾਲੇ ਕਹਿੰਦੇ ਅਸੀਂ ਪਿੰਡ ਵੇਚ ਕੇ ਚਲੇ ਜਾਣਾ ਜੀ। ਤੇ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਵੀ ਲੁਧਿਆਣੇ ਦੇ ਜਿਹੜੇ ਪਲਾਂਟ ਆ ਇਹਨਾਂ ਦੀ ਜਿਹੜੀ ਕੈਪੈਸਿਟੀ ਆ ਟ੍ਰੀਟਮੈਂਟ ਦੀ, ਤੇ ਉਹ ਲਗਭਗ 500 MLD ਆ, ਮਿਲੀਅਨ ਲੀਟਰ ਪਰ ਡੇ। ਤੇ ਜਦੋਂ ਕਿ ਇਹਨਾਂ ਦਾ ਹੀ ਐਸਟੀਮੇਟ ਆ ਕਾਰਪੋਰੇਸ਼ਨ ਦਾ ਵੀ 2025 ਤੱਕ ਸਾਨੂੰ 300 ਮਿਲੀਅਨ ਲੀਟਰ ਹੋਰ ਚਾਹੀਦੀ ਹੈ ਕੈਪੈਸਿਟੀ, ਤੇ 25 ਤਾਂ ਆ ਗਿਆ ਜੀ। ਤੇ ਜਿਹੜੀ ਇਹ 500 ਲੀਟਰ ਦੀ ਐਸਟੈਬਲਿਸ਼ ਕੈਪੈਸਿਟੀ ਵੀ ਆ, ਮੈਂ ਉੱਥੇ 2 ਵਾਰੀ ਸੈਂਪਲ ਲੈਣ ਲਈ ਚੈੱਕ ਕਰਨ ਲਈ ਗਿਆ ਤਾਂ ਉਹਨਾਂ ਦੇ ਵਿੱਚੋਂ ਅੱਧ ਵਿਚ ਹੀ ਕੰਮ ਚੱਲਦਾ ਹੁੰਦਾ, ਉਹ ਪਾਣੀ ਏਦਾਂ ਹੁੰਦਾ ਆਇਆ ਤੇ ਚਲਿਆ ਗਿਆ। ਦੂਸਰਾ ਲੁਧਿਆਣੇ ਦੇ ਵਿੱਚ ਹੈਗੀ ਸਾਰੀ ਇੰਡਸਟਰੀ, ਜਿਹੜੀ ਇੰਡਸਟਰੀ ਦੇ ਵਿੱਚ ਆਰਗੈਨਿਕ। ਇੱਥੇ ਮੈਂ ਇੱਕ ਸੁਖਵਿੰਦਰ ਜੀ ਆਪਣੇ ਦਰਸ਼ਕਾਂ ਨੂੰ ਦੱਸਣੀ ਚਾਹੁੰਦਾ ਵੀ ਜਿਹੜਾ ਪਾਣੀ ਦਾ ਪੋਲਿਊਸ਼ਨ ਹੁੰਦਾ ਨਾ, ਇਹ 'ਚ 2-3 ਚੀਜ਼ਾਂ ਹੁੰਦੀਆਂ। ਮਤਲਬ ਇੱਕ ਤਾਂ ਹੋ ਜਾਂਦੇ ਆ ਫਿਜ਼ੀਕਲ, ਕੈਮੀਕਲ ਤੇ ਬਾਇਓਲੋਜੀਕਲ। ਫਿਜ਼ੀਕਲ ਦੇ ਵਿੱਚ ਆ ਗਏ ਵੀ ਜਿਵੇਂ ਮਿੱਟੀ ਰਲ ਗਈ, ਰੇਤਾ ਰਲ ਗਿਆ, ਜਾਂ ਕੋਈ ਆਪਣੇ ਪੱਤੇ ਜਾਂ ਫਸਲਾਂ ਦਾ ਕੁਝ ਰਲ ਗਿਆ ਹੈ ਨਾ, ਮਤਲਬ ਜਿਹੜੀ ਚੀਜ਼ ਦਿਖਦੀ ਆ ਆਪਾਂ ਨੂੰ। ਕੈਮੀਕਲ ਦੇ ਵਿੱਚ ਜਿਵੇਂ ਕੋਈ ਸਾਲਟ ਰਲ ਗਏ ਜਾਂ ਤੇਜ਼ਾਬੀ ਮਾਦਾ ਰਲ ਗਿਆ, ਇਹ ਵੀ ਫੈਕਟਰੀਆਂ ਦੇ ਵਿੱਚੋਂ ਹੀ ਆਉਂਦਾ। ਤੇ ਤੀਸਰਾ ਹੁੰਦਾ ਬਾਇਓਲੋਜੀਕਲ। ਬਾਇਓਲੋਜੀਕਲ ਜਿਵੇਂ ਈਕੋਲਾਈ ਬੈਕਟੀਰੀਆ ਹੁੰਦੇ ਆ, ਸ਼ਾਇਦ ਜਿਹੜਾ ਬੇਈ ਦੇ ਕਰਕੇ ਪੇਟ ਆਪਣੇ CM ਸਾਹਿਬ ਦਾ ਸ਼ਾਇਦ ਉਹਦੇ ਕਰਕੇ ਨਾ ਖਰਾਬ ਹੋਇਆ ਹੋਵੇ। ਸੋ ਪਰੰਤੂ ਜਿਹੜਾ ਕੈਮੀਕਲ ਆ, ਕੈਮੀਕਲ ਨੂੰ ਆਪਾਂ 2 ਹਿੱਸਿਆਂ 'ਚ ਵੰਡਦੇ ਆ, ਇੱਕ ਇਨਆਰਗੈਨਿਕ ਤੇ ਆਰਗੈਨਿਕ। ਇਨਆਰਗੈਨਿਕ ਤਾਂ ਜਿਵੇਂ ਸਾਲਟ ਤੇ ਤੇਜ਼ਾਬ ਆ ਗਏ, ਜਾਂ ਆਪਣੀਆਂ ਹੈਵੀ ਮੈਟਲ ਭਾਰੀਆਂ ਧਾਤਾਂ, ਆਰਸੈਨਿਕ, ਸਲੀਨੀਅਮ, ਨਿਕਲ, ਕੋਬਾਲਟ, ਇਹ ਹੋ ਗਿਆ।
ਪਰੰਤੂ ਜਿਹੜੇ ਆਰਗੈਨਿਕ ਪੋਲਿਊਟੈਂਟ ਆ ਉਹਨਾਂ ਤੇ ਸਾਡੇ ਪੰਜਾਬ ਦਾ ਕੋਈ ਡਾਟਾ ਹੀ ਨਹੀਂ ਆ। ਆਰਗੈਨਿਕ ਪੋਲਿਊਟੈਂਟ ਕਿਹੜੇ ਕਿਹੜੇ ਹੁੰਦੇ ਆ, ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਤੇ ਕੋਈ ਸਟੱਡੀ ਨਹੀਂ ਹੋਈ ਵੀ। ਉਹਦੇ ਵਿੱਚ ਆ ਜਾਂਦੇ ਆ ਜੀ ਫੀਨੋਲਸ ਆ ਜਾਂਦੇ ਆ, ਆਪਣੇ ਪੈਟਰੋਲੀਅਮ ਨਾਲ ਜੁੜੇ ਹੋਏ ਪ੍ਰੋਡਕਟ ਆ ਜਾਂਦੇ ਆ, ਤੇ ਇਹਦੇ ਨਾਲ ਜੁੜੇ ਹੋਏ ਆਪਣੇ ਪੈਸਟੀਸਾਈਡ ਆ ਜਾਂਦੇ ਆ, ਹਰਬੀਸਾਈਡ ਆ ਜਾਂਦੇ ਆ। ਇਹ ਕਿੱਥੋਂ ਰਿਲੀਜ਼ ਹੁੰਦੇ ਆ, ਕਿਹੜੀ ਇੰਡਸਟਰੀ ਚੋਂ ਹੁੰਦੇ ਆ? ਜਿਵੇਂ ਆਪਣੀ ਡਾਈਂਗ ਇੰਡਸਟਰੀ ਆ ਉਹਦੇ ਵਿੱਚੋਂ ਰਿਲੀਜ਼ ਹੁੰਦੇ ਆ ਜੀ ਇਹ। ਜਿਵੇਂ ਅੱਜ ਕੱਲ੍ਹ ਕੱਪੜੇ ਨਹੀਂ ਆਉਂਦੇ ਹੈਗੇ ਵੀ ਜਿਹੜੇ ਨੂੰ ਕਹਿੰਦੇ ਦਾਗ ਨਹੀਂ ਲੱਗਦਾ, ਤੇ ਆਪਣੇ ਉਹਦੇ ਉੱਪਰ ਨਾ ਇੱਕ PFAS ਨਾਂ ਦਾ ਕੈਮੀਕਲ ਵਰਤਿਆ ਜਾਂਦਾ, ਜਿਹੜਾ ਕਿ ਆਪਣਾ ਨਾ ਯੂਨਿਟ ਹੁੰਦਾ ਵੀ ਇੱਕ ਹੁੰਦਾ ਸਭ ਤੋਂ ਛੋਟਾ ਪਾਰਟਸ ਪਰ ਮਿਲੀਅਨ, ਮਤਲਬ ਵੀ 10 ਲੱਖ ਦੇ ਵਿੱਚੋਂ ਜੇ ਇੱਕ ਹੋਵੇ ਤਾਂ ਉਹਨੂੰ ਆਪਾਂ ਇੱਕ ਗਿਣਦੇ ਆ। ਇੱਕ ਉਹ ਤੋਂ ਵੱਡਾ ਯੂਨਿਟ ਆ ਪਾਰਟਸ ਪਰ ਬਿਲੀਅਨ, ਯਾਨੀ 1000 ਲੱਖ ਦੇ ਵਿੱਚੋਂ ਜੇ ਇੱਕ ਹੋਵੇ ਤਾਂ ਉਹਨਾਂ ਵੀ ਬਹੁਤ ਖਤਰਨਾਕ ਆ। ਸੋ ਇਹ PPV ਲਿਮਟ ਦੇ ਵਿੱਚ ਜਾ ਕੇ ਵੀ ਇਹ ਜਿਹੜਾ ਹੈਗਾ PFAS, ਇਹ ਪੋਲੀਫਿਨਾਈਲ ਅਲਕਾਇਲ ਇਹਨੂੰ ਕਿਹਾ ਜਾਂਦਾ, ਜਾਨੀ ਕਿ ਇਹ ਬਹੁਤ ਖਤਰਨਾਕ ਨੇ। ਸੋ ਇਹਨਾਂ ਬਾਰੇ ਆਪਣਾ ਕੋਈ ਡਾਟਾ ਹੀ ਨਹੀਂ ਹੈਗਾ, ਆਪਣੇ ਕੋਈ ਮੈਕੈਨਿਜ਼ਮ ਨਹੀਂ ਹੈਗਾ ਵੀ ਇਹਨਾਂ ਨੂੰ ਕਿਵੇਂ ਸਟੱਡੀ ਕੀਤਾ ਜਾ ਸਕਦਾ। ਹੁਣ ਮੈਂ ਤੁਹਾਨੂੰ PAU ਦੀ ਗੱਲ ਕਰਦਾ, ਮੈਂ ਉਹ ਲੈਬ ਦੇ ਵਿੱਚ ਕੰਮ ਕਰਦਾ ਰਿਹਾ। ਅਸੀਂ ਜਿਵੇਂ ਪਾਣੀ ਦੇ ਸੈਂਪਲ ਲਿਆਉਂਦੇ ਸੀ, ਅਸੀਂ ਉਹਦੀ pH EC ਦੇਖ ਲੈਂਦੇ ਸੀ, ਉਹਦੀ ਬਾਇਓਲੋਜੀਕਲ ਆਕਸੀਜਨ ਡਿਮਾਂਡ, ਕੈਮੀਕਲ ਆਕਸੀਜਨ ਡਿਮਾਂਡ ਕੱਢ ਲੈਂਦੇ ਸੀਗੇ, ਜਾਂ ਉਹਦੀ ਜਾਨੀ ਕਿ ਅਸੀਂ ਫਿਰ ਉਹ ਕੈਮੀਕਲ ਜਾਨੀ ਉਹਦੇ ਚ ਭਾਰੀਆਂ ਤੱਤਾਂ ਕੱਢ ਲੈਂਦੇ ਸੀ, ਆਰਸੈਨਿਕ ਜਾਂ ਮਤਲਬ ਕੋਬਾਲਟ ਨਿਕਲ ਵਗੈਰਾ। ਪਰੰਤੂ ਜਿਹੜੇ ਆਰਗੈਨਿਕ ਪੋਲਿਊਟੈਂਟ ਆ ਇਹਨਾਂ ਨੂੰ ਸਾਡੇ ਕੋਲ ਵੀ ਫੈਸਿਲਿਟੀ ਹੈ ਨਹੀਂ ਸੀ ਚੈੱਕ ਕਰਨ ਦੀ। ਤੇ ਮੈਨੂੰ ਇਹ ਦੇਖ ਰਿਹਾ ਸੀਗਾ ਮੈਂ, ਜਿਹੜਾ ਸੈਂਟਰਲ ਪੋਲਿਊਸ਼ਨ ਬੋਰਡ ਆ ਆਪਣੇ ਭਾਰਤ ਸਰਕਾਰ ਦਾ, ਉਹਨਾਂ ਦਾ ਮੈਨੂਅਲ ਹੁੰਦਾ ਹਰੇਕ ਚੀਜ਼ ਦਾ ਵੀ ਆਪਾਂ ਕਿਵੇਂ ਇਹਨਾਂ ਨੂੰ ਚੈੱਕ ਕਰਨਾ, ਕਿਹੜੇ ਕਿਹੜੇ ਮੈਥਡ ਨਾਲ ਚੈੱਕ ਕਰਨਾ ਤੇ ਉਹਦਾ ਕੀ ਪ੍ਰੋਸੀਜਰ ਆ। ਉਸ ਦੇ ਵਿੱਚ ਵੀ ਆਰਗੈਨਿਕ ਪੋਲਿਊਟੈਂਟ ਨੂੰ ਚੈੱਕ ਕਰਨ ਲਈ ਕੁਝ ਵੀ ਨਹੀਂ ਦਿੱਤਾ ਗਿਆ। ਸੋ ਤੁਸੀਂ ਹਿਸਾਬ ਲਾ ਸਕਦੇ ਹੋ ਵੀ ਆਪਾਂ ਕਿੱਥੇ ਤੁਰੇ ਫਿਰਦੇ ਆ। ਸੋ ਇਹਨਾਂ ਇੰਡਸਟਰੀ ਜਿਵੇਂ ਡਾਈਂਗ ਦੀ ਗੱਲ ਕੀਤੀ, ਟੈਕਸਟਾਈਲ ਦੀ ਹੋ ਗਈ, ਇਲੈਕਟ੍ਰੋਪਲੇਟਿੰਗ ਹੋ ਗਈ, ਆਪਣੇ ਈਵਨ ਕਿ ਜਿਹੜੇ ਰਾਈਸ ਸ਼ੈਲਰ ਆ ਉਹਨਾਂ ਦੇ ਵਿੱਚੋਂ ਵੀ ਅਜਿਹੇ ਕੈਮੀਕਲ ਨਿਕਲਦੇ ਆ ਜਿਹੜੇ ਕਿ ਬਹੁਤ ਖਤਰਨਾਕ ਹੁੰਦੇ ਆ। ਹੁਣ ਇਹਨਾਂ ਨਾਲ ਹੁੰਦਾ ਕੀ ਆ, ਇਹਨਾਂ ਦੇ ਨਾਲ ਇਹ ਸਾਰੇ ਕੈਂਸਰ ਕਰਦੇ ਆ ਜੀ। ਸੋ ਇਸੇ ਕਰਕੇ ਕੈਂਸਰ ਟ੍ਰੇਨ ਚੱਲਦੀ ਆ। ਜਿਵੇਂ ਸ਼ੁਰੂ ਚ ਗੱਲ ਕੀਤੀ ਮੈਂ ਵੀ, ਜਦੋਂ ਇੱਕ ਪਰਿਵਾਰ ਦੇ ਵਿਅਕਤੀ ਨੂੰ ਕੈਂਸਰ ਹੋ ਗਿਆ, ਜਦ 5-7 ਲੱਖ ਥੱਲੇ ਆ ਗਿਆ ਤਾਂ ਉਹ ਸਾਰੀ ਉਮਰ ਲਈ ਕਰਜ਼ਾਈ ਹੋ ਜਾਂਦਾ। ਫਿਰ ਉਹਦੇ ਕੋਲੇ ਖੁਦਕੁਸ਼ੀ ਕਰਨ ਤੋਂ ਬਿਨਾਂ ਕੋਈ ਹੋਰ ਰਾਹ ਨਹੀਂ ਬਚਦਾ, ਖੇਤੀ ਚੋਂ ਆਮਦਨ ਨਹੀਂ ਆਉਂਦੀ ਤੇ ਇਸ ਪਾਸੇ ਹੋ ਜਾਂਦਾ। ਹੁਣ ਤੁਸੀਂ ਦੂਸਰੀ ਗੱਲ, ਜਿਵੇਂ ਆਪਾਂ ਪਹਿਲਾਂ ਟਿਊਬਲਾਂ ਦੇ ਖਰਚੇ ਦੀ ਗੱਲ ਕੀਤੀ, ਕ੍ਰੌਪ ਡਿਵਰਸੀਫਿਕੇਸ਼ਨ ਦੀ। ਕ੍ਰੌਪ ਡਿਵਰਸੀਫਿਕੇਸ਼ਨ ਬਹੁਤ ਜ਼ਰੂਰੀ ਆ, ਕਿਉਂਕਿ ਸਾਡੇ ਕੋਲੇ ਪੰਜਾਬ ਦੇ ਵਿੱਚ ਜਿਹੜਾ ਪਾਣੀ ਆਪਾਂ ਵਰਤ ਰਹੇ ਆ ਉਹ ਹੈਗਾ 6400 ਕਰੋੜ ਕਿਊਬਿਕ ਮੀਟਰ, ਜਦਕਿ ਜਿਹੜਾ ਸਾਡੇ ਕੋਲੇ ਉਪਲਬਧ ਆ, ਜਿਹੜਾ ਆਪਾਂ ਵਰਤ ਸਕਦੇ ਆ ਵੀ ਸਸਟੇਨੇਬਲ ਬੇਸਿਸ ਤੇ, ਉਹ ਹੈਗਾ 5500 ਕਰੋੜ ਕਿਊਬਿਕ ਮੀਟਰ। ਜਾਨੀ ਲਗਭਗ ਆਪਾਂ 1100-1200 ਕਰੋੜ ਕਿਊਬਿਕ ਮੀਟਰ ਪਾਣੀ ਧਰਤੀ ਦੇ ਜਿਹੜਾ ਬੈਂਕ ਬੈਲੈਂਸ ਆ ਉਹਦੇ ਵਿੱਚੋਂ ਕੱਢ ਕੇ ਵਰਤ ਰਹੇ ਆ। ਤੇ ਇਹ ਤਾਂ ਹੁਣ ਸਾਰਿਆਂ ਨੂੰ ਪਤਾ ਵੀ ਜੇ ਆਪਾਂ ਬੈਂਕ ਦੇ ਵਿੱਚ ਜਮ੍ਹਾਂ ਨਾ ਕਰਾਈਏ, ਕਢਾਈਏ, ਤਾਂ ਬੈਂਕ ਦੇ ਆਪਾਂ ਬੈਂਕਰਪਸੀ ਹੋਊਗੀ, ਆਪਾਂ ਦਿਵਾਲੀਏ ਹੋਵਾਂਗੇ। ਸੋ ਇਹ ਐਸਟੀਮੇਟ ਕੀਤਾ ਗਿਆ ਵੀ 15-20 ਸਾਲ ਦਾ ਪਾਣੀ ਬਚਿਆ ਧਰਤੀ ਹੇਠਲਾ, ਹੋ ਸਕਦਾ ਪੂਰਾ ਵੱਧ ਚਲਿਆ ਜਾਵੇ। ਪਰੰਤੂ ਇਹਦੇ ਨਾਲ ਜੁੜੀਆਂ ਹੋਈਆਂ ਆਪਾਂ ਜਿਹੜੀ ਸਭ ਤੋਂ ਵੱਡੀ ਗੱਲ ਆ ਵੀ ਆਪਾਂ ਇਹ ਹੈਗੀ ਝੋਨੇ ਨੂੰ ਆਪਾਂ ਮੰਨਦੇ ਹਾਂ, ਬਿਲਕੁਲ ਇਹ 'ਚ ਕੋਈ ਦੋ ਰਾਏ ਨਹੀਂ, ਕਿਉਂਕਿ ਝੋਨਾ ਪੰਜਾਬ ਦੀ ਫਸਲ ਨਹੀਂ। ਪਰੰਤੂ ਇਹਦੇ ਨਾਲ ਕਈ ਹੋਰ ਗੱਲਾਂ ਵੀ ਜੁੜੀਆਂ ਹੋਈਆਂ, ਜਿਵੇਂ ਝੋਨੇ ਦੇ ਨਾਲ ਵੀ ਆਪਾਂ 1960 ਦੇ ਵਿੱਚ ਲਗਭਗ 1 ਲੱਖ ਟਿਊਬਵੈਲ ਸੀ ਪੰਜਾਬ ਦੇ, ਜਿਹੜਾ ਹੁਣ 15 ਲੱਖ ਟਿਊਬਵੈਲ ਹੋ ਚੁੱਕਿਆ। ਸੋ ਇਹਨਾਂ ਟਿਊਬਵੈਲਸ ਦੀ ਗਿਣਤੀ ਮੈਂ ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਡਾਟਾ। 2001 ਦੇ ਵਿੱਚ ਮੁਕਤਸਰ ਦੇ ਵਿੱਚ ਨਾ 10,000 ਟਿਊਬਵੈਲ ਸੀਗੇ, ਜਿਹੜੇ 19 ਦੇ ਵਿੱਚ 73,000 ਹੋ ਗਏ ਜੀ। ਇਦਾਂ ਹੀ ਬਠਿੰਡੇ ਦੇ ਵਿੱਚ ਲਗਭਗ 14,000 ਟਿਊਬਵੈਲ ਸੀਗੇ, ਜਿਹੜੇ 2019 ਦੇ ਵਿੱਚ ਆ ਕੇ 78,000 ਹੋ ਗਏ। ਮਾਨਸਾ ਦੇ ਵਿੱਚ 9900 ਟਿਊਬਵੈਲ ਸੀਗੇ 2001 ਦੇ ਵਿੱਚ, 19 ਦੇ ਵਿੱਚ ਆ ਕੇ 42,000 ਹੋ ਗਏ। ਇਹ ਬਾਦਲ ਸਾਹਿਬ ਨੇ ਕੀਤਾ, ਧੜਾਧੜ ਕਨੈਕਸ਼ਨ ਵੰਡੀ ਗਏ। ਇੱਕ ਇਹਨਾਂ ਨੇ ਹੋਰ ਕੀ ਕੀਤਾ ਜੀ, ਆਪਣਾ ਜਾਨੀ ਕਿ ਨਾ ਮਤਲਬ ਜਿਹੜਾ ਨਹਿਰੀ ਪਾਣੀ ਦੀ ਆਪਾਂ, ਮੈਂ ਸ਼ਾਇਦ ਇਹ ਵੀ ਜਿਹੜਾ ਸੈਂਟਰਲ ਪੰਜਾਬ ਆ, ਤੁਸੀਂ ਦੇਖਿਆ ਹੋਣਾ ਵੀ ਇੱਥੇ ਆਪਣੇ ਜਿਹੜੇ ਸੂਏ ਦੇ ਕੱਸੀਆਂ ਲੋਕਾਂ ਨੇ ਵਾਹ ਤੇ ਇਹਦੇ ਵਿੱਚ ਕੀ ਹੋਇਆ ਵੀ ਜਿਹੜੀ ਅੱਪਰ ਦੁਆਬ ਕਨਾਲ ਆ ਜਾਂ ਬਿਸਤ ਦੁਆਬ ਕਨਾਲ ਆ, ਜੇ ਆਪਾਂ ਲਿਖੀਏ 1960 ਤੋਂ ਲੈ ਕੇ ਮੈਂ 2005 ਤੱਕ ਦਾ ਡਾਟਾ ਐਨਾਲਿਸਿਸ ਕੀਤਾ ਸੀਗਾ ਜਦੋਂ ਮੈਂ ਪੰਜਾਬ 'ਚ ਹੁੰਦਾ ਸੀ, ਤੇ ਉਹਦੇ ਵਿੱਚ ਲਗਾਤਾਰ ਗਿਰਾਵਟ ਹੁੰਦੀ ਗਈ ਇਹਨਾਂ ਨਹਿਰਾਂ ਦੇ ਸੀ। ਇਦਾਂ ਹੀ ਜਿਹੜੀ ਆਪਣੀ ਸਰਹੰਦ ਮੇਨ ਲਾਈਨ ਆ, ਉਹਦੇ ਵਿੱਚ ਵੀ ਭਾਖੜਾ ਮੇਨ ਲਾਈਨ 'ਚੋਂ ਜਿਹੜਾ ਪੰਜਾਬ ਦਾ ਹਿੱਸਾ ਹੈ ਉਹਦੇ ਵਿੱਚ ਵੀ ਗਿਰਾਵਟ ਆਉਂਦੀ ਗਈ। ਪਰੰਤੂ ਜਿਹੜੀਆਂ ਆਪਣੇ ਬਠਿੰਡੇ ਮੁਕਤਸਰ ਨੂੰ ਪਾਣੀ ਦਿੰਦੀਆਂ ਸਰਹੰਦ ਫੀਡਰ ਤੇ ਰਾਜਸਥਾਨ ਫੀਡਰ ਦੇ ਵਿੱਚੋਂ ਜਿਹੜਾ ਪਾਣੀ ਆਉਂਦਾ, ਉੱਥੇ ਬਾਦਲ ਸਾਹਿਬ ਨੇ ਪਾਣੀ ਵਧਾਈ ਗਏ ਤੇ ਉੱਥੇ ਸੇਮ ਆ ਗਈ। ਸੋ ਕਰਨਾ ਕੀ ਚਾਹੀਦਾ? ਹੁਣ ਗੱਲ ਇਹ ਆਉਂਦੀ ਹੈ ਵੀ ਆਪਾਂ ਕਰੀਏ ਕੀ। ਤੁਸੀਂ ਤੁਪਕਾ ਸਿੰਚਾਈ ਤੋਂ ਗੱਲ ਕੀਤੀ ਸੀ, ਦੇਖੋ ਪੰਜਾਬ ਦੇ ਵਿੱਚ ਝੋਨੇ ਨੂੰ ਆਪਾਂ ਨੂੰ ਬਿਲਕੁਲ ਬਦਲਣਾ ਪੈਣਾ। ਆਪਾਂ ਨੂੰ ਜਿਵੇਂ ਐਤਕੀ ਦੇ ਬਜਟ ਦੇ ਵਿੱਚ ਆਪਾਂ ਨੇ 11,000 ਕਰੋੜ ਦੇ ਲਗਭਗ ਬਜਟ ਰੱਖਿਆ, ਤੇ ਮੈਂ ਉਹ ਕੈਲਕੂਲੇਟ ਕਰ ਰਿਹਾ ਸੀ ਵੀ 7,000 ਕਰੋੜ ਬਿਜਲੀ ਸਬਸਿਡੀ ਚੋਂ 6,000 ਕਰੋੜ ਸਿਰਫ ਝੋਨੇ ਤੇ ਲੱਗ ਜਾਣਾ। ਇਦਾਂ ਹੀ ਇਹਨਾਂ ਨੇ 250
450 ਕਰੋੜ ਸ਼ਾਇਦ ਰੱਖਿਆ ਆਪਣਾ ਮੂੰਗੀ ਲਈ, ਤੇ ਟੋਟਲ 6600 ਕਰੋੜ ਮੈਂ ਜੋੜਿਆ ਸੀਗਾ, ਜਿਹਦੇ ਵਿੱਚ ਸਿੱਧੀ ਬਿਜਾਈ ਲਈ ਰੱਖਿਆ ਗਿਆ, ਮੂੰਗੀ ਦੀ ਖਰੀਦ ਲਈ ਰੱਖਿਆ ਗਿਆ, ਤੇ ਪਰਾਲੀ ਦੀ ਸਾਂਭ ਸੰਭਾਲ ਲਈ ਰੱਖਿਆ ਗਿਆ, ਤੇ ਬਿਜਲੀ ਵਾਲਾ ਖਰਚਾ ਜੋੜਿਆ ਸੀ। ਸੋ ਇਹ ਜੇ 6600 ਕਰੋੜ ਨੂੰ ਆਪਾਂ ਝੋਨੇ ਤੋਂ ਬਚਾ ਕੇ ਆਪਾਂ ਕਾਹਦੇ ਖਾਤਰ ਖਰਚਨੇ ਆ? ਪਹਿਲਾਂ ਝੋਨੇ ਨੂੰ ਪੈਦਾ ਕਰਨ ਨੂੰ, ਫਿਰ ਉਹਦੀਆਂ ਪ੍ਰੋਬਲਮਾਂ ਹੱਲ ਕਰਨ ਲਈ। ਸੋ ਜੇ ਆਪਾਂ ਇਸ ਪੈਸੇ ਨੂੰ ਬਚਾ ਕੇ ਡਿਵਰਸੀਫਿਕੇਸ਼ਨ ਖਾਤਰ ਵਰਤੀਏ, ਆਪਾਂ ਇਹ ਪੈਸਾ ਸਿੱਧਾ ਜ਼ਿਮੀਂਦਾਰਾਂ ਨੂੰ ਦਈਏ। ਹੁਣ ਮੈਂ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਸੁਖਵਿੰਦਰ ਜੀ, ਕੈਲੀਫੋਰਨੀਆ ਪੰਜਾਬ ਦਾ ਮੌਸਮ ਬਿਲਕੁਲ ਸੇਮ ਆ ਜੀ, ਤੇ ਕੈਲੀਫੋਰਨੀਆ ਦੇ ਵਿੱਚ ਬਦਾਮ ਬਹੁਤ ਕਾਮਯਾਬੀ ਨਾਲ ਹੁੰਦੇ ਆ, ਤੇ ਬਦਾਮ ਦੀ ਕਾਸ਼ਤ ਜਦੋਂ ਪਾਣੀ ਲਾਉਣਾ ਉਹਨੂੰ ਤੁਪਕਾ ਸਿੰਚਾਈ ਨਾਲ ਪਾਣੀ ਲੱਗਦਾ। ਤੇ ਜੇ ਉਹੀ ਆਪਾਂ ਜਿਹੜਾ ਹੁਣ ਜਿਵੇਂ ਆਪਾਂ ਸਾਊਥ ਵੈਸਟਰਨ ਡਿਸਟ੍ਰਿਕਟ ਜਿਹੜੇ ਬਠਿੰਡਾ, ਮਾਨਸਾ, ਮੁਕਤਸਰ, ਫਰੀਦਕੋਟ ਹੋ ਗਏ, ਇਹਨਾਂ ਦੇ ਵਿੱਚ ਧਰਤੀ ਹੇਠਲਾ ਪਾਣੀ ਜਿਹੜਾ ਉਹਦੀ ਕੁਆਲਿਟੀ ਇਰੀਗੇਸ਼ਨ ਖਾਤਰ ਸਹੀ ਨਹੀਂ ਹੈ। ਉੱਥੇ ਜੇ ਆਪਾਂ ਨਹਿਰੀ ਪਾਣੀ ਵਰਤੀਏ ਤੇ ਨਹਿਰੀ ਪਾਣੀ ਨੂੰ ਤੁਪਕਾ ਸਿੰਚਾਈ ਨਾਲ ਇਦਾਂ ਦੀਆਂ ਫਸਲਾਂ ਲੱਭੀਆਂ ਜਾਣ, ਆਊਟ ਆਫ ਬਾਕਸ ਸੋਚਿਆ ਜਾਵੇ। ਸੋ ਜੇ ਆਪਾਂ ਇਹ ਕਰਾਂਗੇ ਤਾਂ ਮਤਲਬ ਆਪਣੇ ਆਪ ਹੀ ਆਪਾਂ ਪਾਣੀ ਵੀ ਬਚਾ ਲਵਾਂਗੇ ਤੇ ਆਪਣਾ ਜਿਹੜਾ ਝੋਨੇ ਵਾਲਾ ਮਸਲਾ ਉਹ ਵੀ ਹੱਲ ਹੋ ਜਾਊਗਾ। ਇੱਥੇ ਜਾਨੀ ਕਿ ਇਹ ਗੱਲ ਇਹ ਆ ਵੀ ਯੂਨੀਵਰਸਿਟੀ ਦੇ ਵਿੱਚ ਵੀ ਬਹੁਤ ਕੁਝ ਤਬਦੀਲ ਕਰਨ ਦੀ ਲੋੜ ਆ। ਜਿਵੇਂ ਅੱਜ ਦੀ ਤਰੀਕ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਕਣਕ ਝੋਨੇ ਦੇ ਤਾਂ 70-80 ਵਿਗਿਆਨੀ ਕੰਮ ਕਰ ਰਹੇ ਆ, ਪਰ ਨਰਮੇ ਤੇ ਸਿਰਫ 3 ਜਾਂ 4 ਕਰ ਰਹੇ ਆ, ਤੇ ਦੇਸੀ ਕਪਾਹ ਤੇ ਕੋਈ ਵੀ ਨਹੀਂ ਕੰਮ ਕਰ ਰਿਹਾ। ਸਬਜ਼ੀਆਂ ਤੇ ਇੱਕ ਵਿਗਿਆਨੀ ਕੋਲੇ 3 ਸਬਜ਼ੀਆਂ। ਹੁਣ ਜਿਵੇਂ ਭਗਵੰਤ ਮਾਨ ਸਰਕਾਰ ਨੇ ਦੇਖੋ ਕਿੰਨੀ ਪ੍ਰਾਇਰਟੀ ਦੇ ਨਾਲ ਪਲੈਨਿੰਗ ਕਮਿਸ਼ਨ ਦੇ ਟਰਾਈਡੈਂਟ ਦੇ ਰਜਿੰਦਰ ਗੁਪਤਾ ਜੀ ਨੂੰ ਤਾਂ ਚੇਅਰਮੈਨ ਲਾਤਾ, ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪਿਛਲੇ ਲਗਭਗ 9-10 ਮਹੀਨਿਆਂ ਤੋਂ ਬਿਨਾਂ ਵਾਈਸ ਚਾਂਸਲਰ ਚੱਲ ਰਹੀ ਹੈ। ਜਿਹੜਾ ਐਡਾ ਵੱਡਾ ਪ੍ਰੀਮੀਅਰ ਇੰਸਟੀਚਿਊਟ ਹੋਵੇ ਤੇ ਜਿਹਦੇ ਸਿਰ ਤੇ ਆਪਣੇ ਸੂਬੇ ਦੀ ਇਕਨੋਮੀ ਚੱਲਦੀ ਹੋਵੇ, ਉਸ ਇੰਸਟੀਚਿਊਟ ਦੇ ਵਿੱਚ ਵਾਈਸ ਚਾਂਸਲਰ ਲਾਉਣਾ ਸਰਕਾਰ ਲਈ ਕੋਈ ਤਰਜੀਹ ਨਹੀਂ ਹੈ। ਇਸ ਤੋਂ ਵੱਡੀ ਆਪਾਂ ਨੇ ਕੀ ਦੇਖ ਸਕਦੇ ਹਾਂ ਸਰਕਾਰ ਤੋਂ? ਜੀ ਸੁਖਵਿੰਦਰ ਜੀ। ਇੱਕ ਹਰਮਨ ਜੀ, ਬੜੀ ਤਰਾਸਦੀ ਹੈ ਇਸ ਗੱਲ ਦੀ। ਪਿਛਲੇ ਲਾ ਲਓ ਕਿ ਖੇਤੀ ਸੰਕਟ ਇੰਨਾ ਕੁ ਗੰਭੀਰ ਹੋਇਆ ਪਿਆ ਕਿ ਲੋਕਾਂ ਨੂੰ ਐ ਲੱਗਦਾ ਕਿ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਹੈ ਕਿਤੇ ਉਹ ਵੀ ਤਾਂ ਨਹੀਂ ਇਹਦੇ ਵਿੱਚ ਮਿਲੀ ਹੋਈ। ਤੁਸੀਂ ਦੇਖਿਆ ਹੋਣਾ ਕਿ ਕਿਤੇ ਚਿੱਟੀ ਮੱਖੀ ਦਾ ਹਮਲਾ, ਕਿਤੇ ਚਿੱਟੇ ਮੱਛਰ ਦਾ ਹਮਲਾ, ਕਿਸਾਨਾਂ ਨੂੰ ਫਸਲਾਂ ਵਾਹੁਣੀਆਂ ਪੈ ਜਾਂਦੀਆਂ, ਨਰਮੇ ਦੇ ਉੱਤੇ ਚਿੱਟੇ ਮੱਛਰ ਦਾ ਹਮਲਾ ਹੋ ਗਿਆ, ਪੈਸਟੀਸਾਈਡ ਜਿਹੜੇ ਨੇ ਉਹ ਕੀਟਨਾਸ਼ਕ ਜਿਹੜੇ ਹੁੰਦੇ ਉਹਨਾਂ ਦੇ ਵਿੱਚ ਮਿਲਾਵਟਾਂ ਹੋ ਜਾਂਦੀਆਂ। ਤਾਂ ਫਿਰ ਇਹ ਇਮਾਰਤਾਂ ਕਰਦੀਆਂ ਕੀ ਨੇ? ਇਹਦੇ ਵਿੱਚ ਜਿਹੜੇ ਲੱਗੇ ਲੋਕ ਨੇ, ਜਿਹੜੇ ਅਫਸਰਸ਼ਾਹੀ ਮਾਣ ਰਹੇ ਨੇ, ਏਸੀਆਂ ਥੱਲੇ ਬੈਠੇ ਨੇ, ਉਹ ਕਰ ਕੀ ਰਹੇ ਨੇ? ਕਿਸਾਨਾਂ ਨੂੰ ਖੁਦਕੁਸ਼ੀ ਕਰਨੀ ਪੈ ਜਾਂਦੀ ਹੈ ਇਹੋ ਜਿਹੇ ਮਸਲਿਆਂ ਕਰਕੇ। ਜੀ ਸੁਖਵਿੰਦਰ ਜੀ, ਤੁਸੀਂ ਬੜੀ ਵਧੀਆ ਗੱਲ ਕੀਤੀ ਹੈ। ਦੇਖੋ, ਜਿਹੜੀ ਖੇਤੀਬਾੜੀ ਖਾਤਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਦੋਂ ਬਣਾਈ ਗਈ ਤਾਂ ਇਹਦੇ ਪਹਿਲੇ ਵਾਈਸ ਚਾਂਸਲਰ ਡਾਕਟਰ PN ਥਾਪਰ ਸੀ, ਡਾਕਟਰ ਨਿਊ IAS ਸੀਗੇ। ਉਸ ਤੋਂ ਬਾਅਦ ਡਾਕਟਰ ਮਹਿੰਦਰ ਸਿੰਘ ਰੰਧਾਵਾ ਬਣੇ। ਯੂਨੀਵਰਸਿਟੀ ਨੇ ਬਹੁਤ ਤਰੱਕੀ ਕੀਤੀ, ਐਂਡ ਸਿਰੇ ਤੇ ਚਲੇ ਗਈ ਖੇਤੀ। ਆਪਣੇ ਸਾਰੇ ਪੰਜਾਬ ਦੇ ਵਿੱਚ ਨਵੀਂ ਟੈਕਨੋਲੋਜੀ ਆਈ, ਜਦੋਂ ਆਪਾਂ ਹਰਾ ਇਨਕਲਾਬ ਕਹਿੰਦੇ ਆ। ਪਰੰਤੂ ਉਹ ਤੋਂ ਬਾਅਦ ਜਿਹੜੇ ਵਾਈਸ ਚਾਂਸਲਰ ਲੱਗਦੇ ਉਹ ਭਾਈ ਭਤੀਜਾਵਾਦ ਵੱਧਦਾ ਗਿਆ, ਤੇ ਜਿਹੜੇ ਪਿਛਲੇ ਵਾਈਸ ਚਾਂਸਲਰ ਗਏ ਡਾਕਟਰ ਬਲਦੇਵ ਸਿੰਘ ਢਿੱਲੋਂ ਨੇ, ਮਤਲਬ ਉਹਨਾਂ ਨੇ ਤਾਂ 10 ਸਾਲ ਉਹ ਵਾਈਸ ਚਾਂਸਲਰ ਰਹੇ, ਤੇ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਹੀ ਚਿੱਟੀ ਮੱਖੀ, ਗੁਲਾਬੀ ਸੁੰਡੀ, ਸਾਰਾ ਕੁਝ ਉਹਨਾਂ ਦੇ ਸਮੇਂ 'ਚ ਹੀ ਹੋਇਆ। ਤੇ ਇੱਕ ਤੁਹਾਨੂੰ ਪਤਾ ਹੋਣਾ ਯੂਨੀਵਰਸਿਟੀ 'ਚ ਬੜਾ ਵੱਡਾ ਬੀਜ ਘੁਟਾਲਾ ਵੀ ਹੋਇਆ ਸੀ। ਜਿਹੜਾ ਕਿ ਯੂਨੀਵਰਸਿਟੀ ਦੇ ਸਾਹਮਣੇ ਦੁਕਾਨ, ਉਹ ਯੂਨੀਵਰਸਿਟੀ ਦਾ ਤਿਆਰ ਕੀਤਾ ਹੈ ਬੀਜ, ਉਹ ਵੇਚ ਰਹੇ ਸੀ। ਉਹਦੀ ਕੋਈ ਇਨਕੁਆਇਰੀ ਨਹੀਂ ਹੋਈ, ਸਭ ਸ਼ਾਂਤ ਹੋ ਗਿਆ। ਜਿਵੇਂ ਤੁਸੀਂ ਗੱਲ ਕਿਹਾ, ਪਤਾ ਨਹੀਂ ਹੁੰਦਾ। ਇੱਕ ਹੋਰ ਤੁਹਾਨੂੰ ਮੈਂ ਦੱਸਣੀ ਚਾਹੁੰਦਾ ਵੀ ਆਪਣੇ ਡਾਕਟਰ ਬਲਦੇਵ ਸਿੰਘ ਢਿੱਲੋਂ ਨੇ ਲਗਭਗ 318 ਅਸਿਸਟੈਂਟ ਪ੍ਰੋਫੈਸਰ ਭਰਤੀ ਕੀਤੇ ਆਪਣੇ ਕਾਰਜਕਾਲ ਦੇ ਵਿੱਚ, ਤੇ ਮੈਨੂੰ ਉਹ ਦੱਸ ਰਹੇ ਸੀਗੇ ਵੀ ਉਹਨਾਂ ਦੇ ਵਿੱਚੋਂ ਲਗਭਗ 175 ਇਦਾਂ ਦੇ ਸੀ ਜਿਹੜੇ PhD ਤੋਂ ਗ੍ਰੈਜੂਏਟ ਨਹੀਂ ਸੀ। ਮਤਲਬ ਉਹਨਾਂ ਦੇ ਵਿੱਚ ਜਿਹੜੀ ਕਿ 50-60 ਤਾਂ ਇਦਾਂ ਦੇ ਵੀ ਸੀ, ਮੈਨੂੰ ਦੱਸ ਰਹੇ ਸੀ ਕਿ ਵੀ ਉਹਨਾਂ ਨੂੰ ਪੰਜਾਬੀ 'ਚ ਗੱਲਬਾਤ ਵੀ ਨਹੀਂ ਕਰਨੀ ਆਉਂਦੀ। ਸੋ ਉਹ ਕਿੱਦਾਂ ਆਪਣੇ ਪੰਜਾਬ ਦੇ ਜਵਾਕਾਂ ਨੂੰ ਪੜ੍ਹਾਉਣਗੇ? ਉਹ ਕਿਵੇਂ ਕਿਸਾਨਾਂ ਦੇ ਨਾਲ ਗੱਲ ਕਰਨਗੇ? ਕਿਵੇਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਣਗੇ? ਤੇ ਕਿਵੇਂ ਉਹਨਾਂ ਨੂੰ ਜਿਹੜੀ ਨਵੀਂ ਟੈਕਨੋਲੋਜੀ ਆਉਂਦੀ ਆ ਉਹ ਦੱਸਣਗੇ? ਸੋ ਮਤਲਬ ਜਿਹੜੀ ਆਪਾਂ ਅੱਜ ਕੱਲ੍ਹ ਮੀਡੀਆ ਦੇ ਵਿੱਚ ਰੌਲਾ ਪੈਂਦਾ ਵੀ RSS ਇੰਕਲੂਡ ਕਰ ਰਹੀ ਆ ਆਪਣੇ ਇੰਸਟੀਚਿਊਸ਼ਨ ਦੇ ਵਿੱਚ, ਉਹ PAU ਦੇ ਵਿੱਚ ਹੋ ਚੁੱਕਿਆ ਆਲਰੇਡੀ। ਸੋ ਦੂਸਰੀ ਗੱਲ, ਮੈਂ ਜਿਵੇਂ ਪਹਿਲਾਂ ਗੱਲ ਕਹਿ ਕੇ ਹਟਿਆ ਵੀ ਸਾਨੂੰ ਖੋਜ ਜਿਹੜੀ ਆ, ਜਿਹੜੇ ਸਾਇੰਸਦਾਨ ਜਾਂ ਜਿਹੜੇ ਪਾਲਿਸੀ ਮੇਕਰ ਹੁੰਦੇ ਉਹ ਅੱਗੇ 20-25 ਸਾਲ ਅੱਗੇ ਸੋਚਦੇ ਹੁੰਦੇ ਆ। PAU ਨੂੰ ਅੱਜ ਤੋਂ 20 ਸਾਲ ਪਹਿਲਾਂ ਜਿਹੜੇ ਉਹ 70-80 ਬੰਦੇ ਝੋਨੇ ਦੇ ਨਾਲ ਜੁੜ ਕੇ ਜਾਂ ਕਣਕ ਤੇ ਕੰਮ ਕਰ ਰਹੇ ਆ, ਉਹਨਾਂ ਨੂੰ ਹਟਾ ਕੇ ਬਦਲਵੀਆਂ ਫਸਲਾਂ ਤੇ ਲਾਉਣਾ ਚਾਹੀਦਾ ਸੀ। ਉਹ ਨਹੀਂ ਕੀਤਾ ਗਿਆ। ਇੱਥੇ ਹੀ ਮੈਂ ਨਾਲ 2-3 ਗੱਲਾਂ ਹੋਰ ਜੋੜਨੀਆਂ ਚਾਹੁੰਦਾ ਪਾਣੀ ਦੇ ਸੰਬੰਧ ਦੇ ਵਿੱਚ ਹੀ। ਤੁਹਾਨੂੰ ਪਤਾ ਹੋਊਗਾ ਵੀ ਕੰਢੀ ਦੇ ਵਿੱਚ ਇਰੀਗੇਸ਼ਨ ਡਿਪਾਰਟਮੈਂਟ ਤੇ ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਨੇ ਛੋਟੇ-ਛੋਟੇ ਚੂਆਂ ਦੇ ਉੱਪਰ ਡੈਮ ਬਣਾਤੇ, ਨਦੀਆਂ ਦੇ ਉੱਪਰ। ਉਹ ਡੈਮਾਂ ਦੇ ਨਾਲ ਕੀ ਹੁੰਦਾ, ਜਦੋਂ ਮੀਂਹ ਦਾ ਪਾਣੀ ਆਉਂਦਾ ਸੀ ਉਹ ਅੱਗੇ ਆਪਣੇ ਮੈਦਾਨਾਂ ਦੇ ਵਿੱਚ ਆ ਜਾਂਦਾ ਸੀ ਤੇ ਗਰਾਊਂਡ ਵਾਟਰ ਨੂੰ ਰੀਚਾਰਜ ਕਰਨ ਦਾ ਕੰਮ ਕਰਦਾ ਸੀ। ਪਰੰਤੂ ਉਹ ਡੈਮ ਬਣਾ ਕੇ ਪਾਣੀ ਉੱਥੇ ਡੱਕ ਲਾ ਗਿਆ, ਤੇ ਉੱਥੇ ਜਿਹੜੀਆਂ ਆਲੇ ਦੁਆਲੇ ਜ਼ਮੀਨਾਂ ਸੀ ਉਹ ਸਾਰੇ ਆਪਣੇ ਚੰਡੀਗੜ੍ਹ ਦੇ ਅਫਸਰਾਂ ਦੀਆਂ ਖਰੀਦੀਆਂ ਹੋਈਆਂ। ਸੋ ਮਤਲਬ ਵਾਤਾਵਰਨ ਵੀ ਵਿਗਾੜਤਾ, ਤੇ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਕਿੱਡੀ ਖੁਦਗਰਜ਼ੀ ਦੀ ਗੱਲ ਆ।
ਤੇ ਇਸ ਤੋਂ ਅਗਲੀ ਗੱਲ ਕਰਦਾ ਮੈਂ, ਜਦੋਂ ਪੰਜਾਬ ਐਤਕੀ ਤੁਸੀਂ ਦੇਖਿਆ ਵੀ ਬਹੁਤ ਫੋਟੋ ਆ ਰਹੀਆਂ ਵੀ ਮੁਕਤਸਰ ਦੇ ਵਿੱਚ ਖੇਤਾਂ ਦੇ ਵਿੱਚ ਪਾਣੀ ਖੜਿਆ ਹੋਇਆ, ਮਤਲਬ ਵੀ ਥੋੜਾ ਜਿਹਾ ਮੀਂਹ ਪਿਆ ਤੇ ਪਾਣੀ ਉੱਥੇ ਕਿੰਨਾ ਕਿੰਨਾ ਹੜ੍ਹ ਵਾਲੇ ਹਾਲਾਤ ਬਣੇ ਹੋਏ ਆ। ਉਹਦਾ ਕਾਰਨ ਸੁਖਵਿੰਦਰ ਜੀ ਇਹ ਆ ਵੀ ਜਿਹੜੇ ਆਪਣੀ ਨਾ, ਜਿੱਥੇ ਵੀ ਆਪਾਂ ਕੱਦੂ ਕਰਦੇ ਆ ਝੋਨਾ ਲਾਉਣ ਲਈ, ਤਾਂ ਉੱਥੇ ਇੱਕ ਸਖਤ ਤਹਿ ਬਣ ਜਾਂਦੀ ਆ 8 ਇੰਚ ਤੋਂ ਥੱਲੇ ਜਾ ਕੇ, ਜਿੰਨੇ ਤੋਂ ਹਲ ਤੋਂ ਥੱਲੇ ਜਾ ਕੇ। ਉਹ ਸਖਤ ਤਹਿ ਕਰਕੇ ਜਿਹੜਾ ਮੀਂਹ ਦਾ ਪਾਣੀ ਆ ਜੀਰਦਾ ਨਹੀਂ ਹੈ। ਮਤਲਬ ਆਪਣੇ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਦੇ ਦੋ ਕਾਰਨ, ਇੱਕ ਤਾਂ ਆਪਾਂ ਕੱਢ ਵੱਧ ਰਹੇ ਹਾਂ, ਇੱਕ ਰੀਚਾਰਜ ਬੰਦ ਹੋ ਗਿਆ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਵੀ ਸਾਰੇ ਚੋਤੇ ਨਦੀਆਂ ਦਾ ਡੈਮ ਲਾ ਕੇ ਬੰਦ ਕਰਤੇ ਜੀ, ਤੇ ਜਿਹੜੇ ਟੋਬੇ ਆ ਉਹ ਪੱਕੇ ਕਰਤੇ। ਹੁਣ ਵੀ ਸਰਕਾਰ ਨੇ 21 ਕਰੋੜ ਰੁਪਇਆ ਟੋਬਿਆਂ ਲਈ ਰੱਖਿਆ ਤੇ 20 ਕਰੋੜ ਰੁਪਇਆ ਲਗਭਗ ਡੈਮਾਂ ਲਈ ਰੱਖਿਆ, ਤੇ 780 ਕਰੋੜ ਨਹਿਰ ਪੱਕੀ ਕਰਨ ਲਈ ਰੱਖਿਆ। ਸੋ ਮਤਲਬ ਇਹ ਪੈਸੇ ਦੀ ਵੰਡ ਸਹੀ ਨਹੀਂ ਹੈ। ਜਾਣੀ ਕਿ ਮਤਲਬ ਜੇ ਆਪਾਂ ਨੇ ਪਹਿਲਾਂ ਨੀਤੀ ਬਣਾਉਣ ਦੀ ਲੋੜ ਆ, ਨੀਤੀ ਖਾਤਰ ਬੰਦੇ ਸਿਲੈਕਟ ਕਰਨ ਦੀ ਲੋੜ ਆ। ਉਹਦੇ ਖਾਤਰ ਹੁਣ ਜੇ ਪੰਜਾਬ ਦੇ ਵਿੱਚ ਐਡੇ ਐਡੇ ਇਕੋਨੋਮਿਸਟ ਬੈਠੇ ਨੇ ਆਪਣੇ, ਤੇ ਉਹਨਾਂ ਕਿਸੇ ਨੂੰ ਕੋਈ ਨਹੀਂ ਤਰਜੀਹ ਦਿੱਤੀ ਜਾ ਸਕਦੀ। ਡਾਕਟਰ ਗਿਆਨ ਸਿੰਘ, ਡਾਕਟਰ ਸੁੱਚਾ ਸਿੰਘ ਗਿੱਲ ਜਾਂ ਹੋਰ ਕਿੰਨੇ ਹੀ ਨੇ ਮਤਲਬ, ਤੇ ਉਹ ਚੱਕ ਕੇ ਇੱਕ ਆਪਾਂ ਕਾਰਪੋਰੇਟ ਦੇ ਬੰਦੇ ਨੂੰ ਆਪਾਂ ਪਲੈਨਿੰਗ ਕਮਿਸ਼ਨ ਦਾ, ਜਦ ਕਿ ਪੰਜਾਬ ਦੀ ਇਕੋਨੋਮੀ, ਜੇ ਪੰਜਾਬ ਦੇ ਵਿੱਚ ਇੰਡਸਟਰੀ ਲੱਗਣੀ ਚਾਹੀਦੀ ਹੈ ਤਾਂ ਉਹ ਫੂਡ ਪ੍ਰੋਸੈਸਿੰਗ ਇੰਡਸਟਰੀ ਲੱਗਣੀ ਚਾਹੀਦੀ ਹੈ, ਨਾ ਕਿ ਟੈਕਸਟਾਈਲ ਇੰਡਸਟਰੀ ਲੱਗਣੀ ਚਾਹੀਦੀ ਹੈ। ਕਿਉਂਕਿ ਟੈਕਸਟਾਈਲ ਤਾਂ ਆਪਾਂ ਇੰਨਾ ਨਰਮਾ ਨਹੀਂ ਪੈਦਾ ਕਰਦੇ ਵੀ ਆਪਾਂ ਸਾਰੀ ਦੁਨੀਆ ਨੂੰ, ਬਾਹਰੋਂ ਹੀ ਕਾਟਨ ਆਉਣੀ ਆ, ਆਪਣੇ ਇੱਥੇ ਡਾਈ ਹੋਣੀ ਆ, ਆਪਣੇ ਵਾਟਰ ਰਿਸੋਰਸਿਸ ਪੋਲਿਊਟ ਹੋਣੇ ਆ, ਉਹ ਫੇਰ ਬਾਹਰ ਚਲਿਆ ਜਾਣਾ। ਪਰ ਹਾਂ, ਫੂਡ ਪ੍ਰੋਸੈਸਿੰਗ ਇੰਡਸਟਰੀ ਸਾਡੀ ਲੋੜ ਆ। ਹਰਸਿਮਰਤ ਬਾਦਲ ਇੰਨਾ ਚਿਰ ਉੱਥੇ ਸੈਂਟਰ ਦੇ ਵਿੱਚ ਮਿਨਿਸਟਰ ਰਹੇ, ਇਹਨਾਂ ਨੇ ਪੰਜਾਬ ਦੇ ਵਿੱਚ ਇੱਕ ਵੀ ਵੱਡੀ ਇੰਡਸਟਰੀ ਨਹੀਂ ਲੈ ਕੇ ਆਏ। ਮਤਲਬ ਆਪਾਂ ਦੇਖ ਸਕਦੇ ਹਾਂ ਵੀ ਉਹ ਆਪਣੇ ਹਿੱਸੇ ਦਾ ਰੌਲਾ ਬਹੁਤ ਪੈਂਦਾ ਸੀ, ਕਹਿੰਦੇ ਹੁੰਦੇ ਆ ਉਹਨਾਂ ਦਿਨਾਂ ਦੇ ਵਿੱਚ। ਸੋ ਮਤਲਬ ਪੰਜਾਬ ਖਾਤਰ ਕੋਈ ਵੀ ਸੁਹਿਰਦ ਨਹੀਂ ਰਿਹਾ, ਜਿੰਨੇ ਹਾਲ ਤੱਕ ਦੇ ਲੀਡਰ ਤੇ ਜਾਂ ਜਿੰਨੇ ਵੀ ਅਫਸਰ ਸੀ, ਜਦ ਤੱਕ ਇਹ ਸੁਹਿਰਦਤਾ ਨਾਲ ਜੀ। ਜੀ ਹਰਮਨ ਜੀ, ਮੈਂ ਇੱਥੇ ਸਵਾਲ ਕਰਨਾ ਸੀ ਕਿ ਪਾਣੀ ਦਾ ਮਸਲਾ ਮੇਰੇ ਧਿਆਨ ਚ ਆਉਂਦਾ ਕਿ ਇਹ ਇਕੱਲਾ ਕਿਸਾਨਾਂ ਨਾਲ ਨਹੀਂ, ਲੋਕਾਂ ਨਾਲ, ਆਮ ਲੋਕਾਂ ਨਾਲ ਵੀ ਜੁੜਿਆ। ਕਈ ਵਾਰੀ ਸ਼ਹਿਰੀਆਂ ਤੇ ਵੀ ਉਂਗਲ ਉੱਠਦੀ ਹੈ ਕਿ ਇਹ ਪਾਣੀ ਦੀ ਬਰਬਾਦੀ ਬਹੁਤ ਕਰਦੇ ਨੇ। ਫਿਲਟਰਾਂ ਦੀ ਗੱਲ ਜਿਹੜੀ ਆਉਂਦੀ ਹੈ, ਉਹ ਕਿੱਥੋਂ ਤੱਕ ਆਪਾਂ ਸਮਝੀਏ? ਲੋਕ ਏਦਾਂ ਲੱਗਦਾ ਲੋਕਾਂ ਨੂੰ ਕਿ ਅਸੀਂ ਮਹਿੰਗੇ ਤੋਂ ਮਹਿੰਗਾ ਫਿਲਟਰ ਲਵਾ ਲਈਏ ਤੇ ਅਸੀਂ ਕੈਂਸਰ ਮੁਕਤ ਹੋ ਜਾਾਂਗੇ। ਪਰ ਤੁਹਾਡੇ ਸਾਹਮਣੇ ਨਤੀਜੇ ਹੈਗੇ ਨੇ ਕਿ ਫਿਲਟਰਾਂ ਦਾ ਪਾਣੀ ਪੀਣ ਵਾਲਿਆਂ ਦਾ ਹਸ਼ਰ ਕੀ ਹੁੰਦਾ, ਜਾਂ ਕਈ ਕਹਿ ਦਿੰਦੇ ਨੇ ਕਿ ਸਿੱਧਾ ਟਿਊਬਵੈਲ ਲਵਾ ਲਓ, ਉਹਦੇ ਵਾਲਾ ਪਾਣੀ ਪੀ ਲਓ। ਇਹਦੇ ਵਿੱਚ ਕੀ ਅੰਤਰ ਹੈ ਕਿ ਕੈਂਸਰ ਤੋਂ ਬਚਣ ਦੇ ਲਈ, ਕਿਉਂਕਿ ਪਾਣੀ ਇੱਕ ਵੱਡਾ ਸਰੋਤ ਹੈ ਜਿਹੜਾ ਸਾਨੂੰ ਚਾਹੀਦਾ ਹੀ ਚਾਹੀਦਾ ਹੁੰਦਾ, ਜਿਹਨੂੰ ਅਸੀਂ ਪੀਤੇ ਬਿਨਾਂ ਆਪਣੀ ਪਿਆਸ ਨਹੀਂ ਬੁਝਾ ਸਕਦੇ। ਸੁਖਵਿੰਦਰ ਜੀ, ਬੜੀ ਇੰਪੋਰਟੈਂਟ ਗੱਲ ਕੀਤੀ ਹੈ। ਫਿਰ ਪਹਿਲੀ ਗੱਲ ਦੇ ਨਾਲ ਜੁੜਦੀ ਹੈ। ਪਰ ਇਹ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪਾਣੀ ਦੇ ਵਿੱਚ ਦੋ ਤਰ੍ਹਾਂ ਦੇ ਪੋਲਿਊਟੈਂਟ, ਜਿਹੜੇ ਕੈਮੀਕਲ ਪੋਲਿਊਟੈਂਟ ਆ, ਇਨਆਰਗੈਨਿਕ ਤੇ ਆਰਗੈਨਿਕ ਆ। ਸੋ ਮਤਲਬ ਜਿਹੜੇ ਆਪਣੇ ਫਿਲਟਰ ਲੱਗਦੇ ਆ, ਇਹ ਇਨਆਰਗੈਨਿਕ, ਜਿਵੇਂ ਆਪਣੇ ਮੈਟਲਸ ਹੁੰਦੀਆਂ ਜਾਂ ਆਪਣੇ ਸਾਲਟ ਹੁੰਦੇ ਆ, ਉਹਨਾਂ ਨੂੰ ਤਾਂ ਬਾਹਰ ਕੱਢ ਲੈਂਦੇ ਆ। ਪਰ ਜਿਹੜੇ ਆਰਗੈਨਿਕ ਪੋਲਿਊਟੈਂਟ ਆ, ਜਿਹੜਾ ਪਾਰਟਸ ਪਰ ਬਿਲੀਅਨ ਆ, ਉਹਨਾਂ ਖਾਤਰ ਫਿਲਟਰ ਤਿਆਰ, ਜਿਹਨੂੰ ਟੈਸਟ ਕਰਨ ਦਾ ਆਪਣੇ ਕੋਲ ਢੰਗ ਹੈ ਨਹੀਂ ਪੰਜਾਬ ਦੇ ਵਿੱਚ, ਉਹਨੂੰ ਦੂਰ ਕਰਨ ਵਾਲੇ ਫਿਲਟਰ ਕਿੱਥੋਂ ਕੰਮ ਕਰ ਲੈਣਗੇ। ਸੋ ਇਦਾਂ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਇੰਡਸਟਰੀਅਲ ਵੇਸਟ ਹੁੰਦੀ ਹੈ, ਇੰਡਸਟਰੀਅਲ ਪਾਣੀ ਹੁੰਦਾ, ਇਹ ਮਤਲਬ ਨਾ ਪਾਣੀ ਨੂੰ ਜਦੋਂ ਆਪਾਂ ਟਰੀਟ ਕਰਦੇ ਹਾਂ, ਇਹਦੇ ਅੱਡ ਅੱਡ ਲੈਵਲ ਆ, ਪ੍ਰਾਇਮਰੀ, ਸੈਕੰਡਰੀ ਜਾਂ ਟਰਸ਼ਰੀ, ਹੈ ਨਾ। ਤੇ ਜਿਹੜੇ ਕੈਮੀਕਲ ਪੋਲਿਊਟੈਂਟ ਵਾਲਾ ਪਾਣੀ ਹੁੰਦਾ, ਉਹਨੂੰ ਆਪਾਂ CEPT ਦੇ ਟੈਕਨੀਕ ਕਹਿੰਦੇ ਆ, ਉਹਦੇ ਨਾਲ ਟਰੀਟ ਕੀਤਾ ਜਾਂਦਾ। ਤੇ ਉਹ ਜਾਂ ਤਾਂ ਮਤਲਬ ਲੁਧਿਆਣੇ ਦੇ ਵਿੱਚ ਇੱਕ ਲੱਗਿਆ ਹੋਇਆ 15 ਮਿਲੀਅਨ ਲੀਟਰ ਪਰ ਡੇ ਦੀ ਕਪੈਸਿਟੀ ਹੈ, ਪਰ ਉਹਦੇ ਵਿੱਚ ਐ ਸੀਗਾ ਵੀ ਟੈਂਕਰ, ਜਾਣੀ ਕਿ ਫੈਕਟਰੀਆਂ ਦੇ ਵਿੱਚੋਂ ਪਾਣੀ ਇਕੱਠਾ ਕਰਕੇ ਲਿਆਉਣਗੇ ਤੇ ਉੱਥੇ ਟਰੀਟ ਹੋ ਜਾਊਗਾ। ਉਹ ਜਿੰਨਾ ਆਉਂਦਾ ਸੀ ਉਹਦੇ ਮੁਤਾਬਕ ਪੈਸੇ ਲੱਗਦੇ ਸੀ। ਉਹ ਫੈਕਟਰੀਆਂ ਵਾਲਿਆਂ ਨੇ ਹੌਲੀ ਹੌਲੀ ਆਪਣਾ ਘਟਾ ਕੇ ਉਹ ਆਪਣਾ, ਉਹਨਾਂ ਨੇ ਕੋਈ ਹੋਰ ਢੰਗ ਲੱਭ ਲਿਆ, ਟੈਂਕਰ ਭਰ ਕੇ ਕਿਤੇ ਹੋਰ ਛੱਡ ਦਿੰਦੇ ਸੀ ਖੁੱਲੇ ਦੇ ਵਿੱਚ। ਸੋ ਮਤਲਬ ਗੱਲ ਇਹ ਆ ਵੀ ਦੋ ਗੱਲਾਂ ਤੇ ਆ, ਇੱਕ ਤਾਂ ਸਾਡੇ ਬੱਚੇ, ਇਹ ਇਕੱਲੇ ਕਿਸਾਨਾਂ ਦਾ ਮੁੱਦਾ ਨਹੀਂ ਪਾਣੀ ਦਾ, ਪਹਿਲੀ ਗੱਲ ਇਹ ਸਮਝਣੀ ਪੈਣੀ ਹੈ, ਸਾਰੇ ਪੰਜਾਬੀਆਂ ਦਾ। ਜੇ ਜਿੰਨੇ ਵੀ ਪੰਜਾਬੀ ਚਾਹੇ ਬਾਹਰ ਰਹਿੰਦੇ ਆ, ਚਾਹੇ ਪੰਜਾਬ ਦੇ ਵਿੱਚ ਰਹਿੰਦੇ ਆ, ਇਹ ਪੰਜਾਬੀਆਂ ਦਾ ਮੁੱਦਾ ਪਾਣੀ ਦਾ। ਸੋ ਜੇ ਹੁਣ ਅੱਜ ਕੱਲ੍ਹ ਕਿਸਾਨ ਜਥੇਬੰਦੀਆਂ ਨੇ ਅੱਜ ਧਰਨੇ ਲਾਇਆ, ਤਾਂ ਮੈਂ ਤਾਂ ਇਹ ਚਾਹੂੰਗਾ ਵੀ ਪੰਜਾਬ ਦੇ ਸਾਰੇ ਵਰਗ ਉੱਥੇ ਜਾਣ, ਤਾਂ ਕਿ ਸਰਕਾਰ ਸੁੱਤੀ ਪਈ ਨੂੰ ਉੱਠਣ ਲਈ ਮਜਬੂਰ ਹੋਣਾ ਪਵੇ। ਇਹ ਲੁਧਿਆਣੇ ਵਾਲੇ ਵੀ ਉੱਠ ਕੇ ਜਾਣ, ਮੋਗੇ ਵਾਲੇ ਵੀ ਜਾਣ, ਜਗਰਾਉਂ ਵਾਲੇ ਵੀ ਜਾਣ, ਤੇ ਉੱਥੇ ਜਿੱਡਾ ਵੱਡਾ ਕਿਸਾਨਾਂ ਨੇ ਦਿੱਲੀ 'ਚ ਮੋਰਚਾ ਲਾਇਆ ਸੀ, ਜਿਵੇਂ ਸਾਰਾ ਪੰਜਾਬ ਨੇ ਉੱਠ ਕੇ ਉਹਨਾਂ ਦੀ ਸਪੋਰਟ ਕੀਤੀ, ਤਾਂ ਇਦਾਂ ਹੀ ਪਾਣੀ ਦੇ ਮਸਲੇ ਤੇ ਵੀ ਸਾਰੇ ਪੰਜਾਬੀਆਂ ਨੂੰ ਉੱਠ ਕੇ ਉਹਨਾਂ ਦੀ ਸਪੋਰਟ ਕਰਨੀ ਪੈਣੀ ਹੈ। ਕਿਉਂਕਿ ਪਾਣੀ ਪੀਣ ਨੂੰ ਦੁਕਾਨਦਾਰ ਨੂੰ ਵੀ ਚਾਹੀਦਾ, ਪਾਣੀ ਪੀਣ ਨੂੰ ਮਾਸਟਰ ਨੂੰ ਵੀ ਚਾਹੀਦਾ, ਉਹ ਅਫਸਰ ਨੂੰ ਵੀ ਚਾਹੀਦਾ, ਤੇ ਮੰਤਰੀ ਨੂੰ ਵੀ ਚਾਹੀਦਾ। ਸੋ ਮਤਲਬ ਹੁਣ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਸੀ, ਭਗਵੰਤ ਮਾਨ ਜੀ ਨੇ ਉੱਥੇ ਬਈ ਦਾ ਪਾਣੀ ਪੀ ਤਾਂ ਲਿਆ, ਤੇ 2 ਦਿਨ ਬਾਅਦ ਉਹ ਜਾਣੀ ਕਿ ਉਹਨਾਂ ਨੂੰ ਪੇਟ ਦੀ ਪ੍ਰੋਬਲਮ ਹੋ ਗਈ। ਮੈਨੂੰ ਪੂਰਾ ਸ਼ੱਕ ਆ ਵੀ ਉਹ ਪਾਣੀ ਪੀਣ ਕਰਕੇ ਹੀ ਹੋਈ ਹੋਵੇਗੀ ਉਹਨਾਂ ਨੂੰ। ਸੋ ਮਤਲਬ ਗੱਲ ਹੈ ਵੀ ਪਾਣੀ ਤਾਂ ਹਰੇਕ ਬੰਦੇ ਨੇ ਪੀਣਾ ਜੀ। ਜੇ ਆਪਾਂ ਪਾਣੀ ਖਾਤਰ ਇਸ ਜੰਗ ਦੇ ਵਿੱਚ ਨਹੀਂ ਸ਼ਾਮਲ ਹੋਵਾਂਗੇ, ਇਹਦੇ ਖਾਤਰ ਜ਼ਰੂਰੀ ਹੈ ਵੀ ਇੱਕ ਤਾਂ ਬੱਚਿਆਂ ਨੂੰ ਐਜੂਕੇਸ਼ਨ, ਜਿਹੜੀ ਸਭ ਤੋਂ ਵੱਡੀ ਗੱਲ ਆ, ਵੀ ਉਹ ਬੱਚਿਆਂ ਨੂੰ ਸਕੂਲ ਦੇ ਵਿੱਚੋਂ ਉਹਨਾਂ ਨੂੰ ਇਹ ਪਤਾ ਲੱਗ ਜਾਏ ਵੀ ਆਹ ਚੀਜ਼ ਤਾਂ ਕਰਨੀ ਨਹੀਂ ਹੈ। ਜਿਵੇਂ ਇੱਥੇ ਮੈਂ ਸੁਖਵਿੰਦਰ ਜੀ ਬੱਚਿਆਂ ਨੂੰ ਨਾ, ਮਤਲਬ ਜੇ ਕਾਰ 'ਚ ਜਾਂਦੇ, ਤੁਸੀਂ ਵੈਸੇ ਕਦੇ ਕੀਤਾ ਨਹੀਂ, ਜੇ ਤੁਸੀਂ ਕੋਈ ਚੀਜ਼ ਬਾਹਰ ਸੱਟੋਗੇ ਤਾਂ ਤੁਹਾਨੂੰ ਬੱਚਿਆਂ ਨੇ ਟੋਕ ਦੇਣਾ।
ਜੇ ਤੁਸੀਂ ਲੇਕ ਤੇ ਗਏ ਵੇ ਆ, ਉੱਥੇ ਤੁਸੀਂ ਆਪਣੀ ਬੋਤਲ ਦੇ ਵਿੱਚੋਂ ਪਾਣੀ ਡੋਲਣ ਲੱਗੇ ਤਾਂ ਉਹਨਾਂ ਨੇ ਰੋਕ ਦੇਣਾ ਵੀ ਇੱਥੇ ਨਹੀਂ ਡੋਲਣਾ, ਇਹਦੇ ਵਿੱਚ ਨਹੀਂ ਕੁਛ ਰਲਾਉਣਾ। ਸੋ ਮਤਲਬ ਇਹ ਐਜੂਕੇਸ਼ਨ ਦਾ ਅਸਰ ਆ। ਬੱਚੇ ਸੱਚ ਬੋਲਦੇ ਆ, ਉਹਨਾਂ ਨੂੰ ਪ੍ਰਿੰਸੀਪਲ ਪਤਾ ਹੈ ਵੀ ਕੁਦਰਤ ਨੂੰ ਕਿਵੇਂ ਪਿਆਰ ਕਰਨਾ। ਆਪਣੇ ਇਹ ਇੱਕ ਤਾਂ ਰੋਲ ਮਾਡਲ ਵੀ ਹੈ ਨੇ ਇੱਥੇ, ਰੋਲ ਮਾਡਲ ਵੀ ਉਹ ਆ, ਜੇ ਮੈਂ ਉਹਨਾਂ ਦਾ ਮਾਪਿਓ ਆ ਜਾਂ ਟੀਚਰ ਆ ਜਾਂ ਜਿਹੜੇ ਸਾਡੇ ਇੱਥੋਂ ਦੇ ਅਫਸਰ ਆ ਜਾਂ ਮੰਤਰੀ ਆ, ਉਹ ਵੀ ਇਹ ਕੰਮ ਕਰਦੇ ਆ। ਉਹ ਵੀ ਇਦਾਂ ਦਾ ਕੋਈ ਨਹੀਂ ਕਰਦੇ ਵੀ ਉਹ ਆਪਣੇ ਖਾਤਰ ਰੂਲ ਤੋੜਦੇ ਆ ਤੇ ਦੂਸਰਿਆਂ ਖਾਤਰ ਉਹ ਰੂਲ ਹੋਣ। ਰੋਲ ਮਾਡਲਾਂ ਦੀ ਵੀ ਲੋੜ ਆ ਤੇ ਐਜੂਕੇਸ਼ਨ ਦੀ ਵੀ ਲੋੜ ਆ, ਪਰੰਤੂ ਉਦੋਂ ਵੀ ਵੱਡੀ ਗੱਲ ਆ ਵੀ ਸਾਰੇ ਪੰਜਾਬੀਆਂ ਨੂੰ ਸਮਝਣਾ ਪੈਣਾ, ਇਟ ਇਜ਼ ਨਾਓ ਔਰ ਨੈਵਰ। ਜੇ ਆਪਾਂ ਹੌਲੇ ਵੀ ਉੱਠ ਕੇ ਖੜੇ ਨਾ ਹੋਏ, ਜੇ ਤੁਹਾਨੂੰ ਪਤਾ ਲੱਗਦਾ ਵੀ ਫਲਾਣੀ ਫੈਕਟਰੀ ਵਾਲਾ ਪਾਣੀ ਵਰਤਦਾ ਤੇ ਇਹ ਟਰੀਟ ਨਹੀਂ ਕਰ ਰਿਹਾ, ਕਿੱਥੇ ਜਾਂਦਾ। ਸੋ ਮੈਂ ਤਾਂ ਜਾਣੀ ਕਿ ਜਿਵੇਂ ਅੱਜ ਉਹ ਮੈਂ ਦੇਖ ਰਿਹਾ ਸੀਗਾ ਵੀ ਆ ਗੈਂਗਸਟਰ ਬਣੀ ਜਾਂਦੇ ਆ, ਕਿਸੇ ਕੋਈ ਚੰਗਾ ਕੰਮ ਕਰ ਲੈਣ, ਜਿਨ੍ਹਾਂ ਨੇ ਚੰਗਾ ਕੰਮ ਗੋਲੀ ਚਲਾਉਣੀ ਆ ਕਿਸੇ ਇਦਾਂ ਦੇ ਕਰਪਟ ਅਫਸਰ ਦੇ ਦੁਆਲੇ ਹੋ ਜਾਣ। ਮਤਲਬ ਵੀ ਕੋਈ ਸਮਾਜ ਨੂੰ ਚੰਗੀ ਦੇਣ ਤਾਂ ਹੋਵੇ। ਤੇ ਇਹਦਾ ਮੈਂ ਤਾਂ ਇਹ ਕਹਿੰਦਾ ਵੀ ਇਹ ਅੱਜ ਤਾਂ ਧਰਨੇ ਇਹਨਾਂ ਨੇ ਉੱਥੇ ਵੱਡੀਆਂ ਫੈਕਟਰੀਆਂ ਜਾਂ ਜਾਨੀ ਕਿ ਉੱਥੇ ਦੇਣੇ ਆ, ਤੇ ਕੱਲ ਨੂੰ ਜਿਹੜੇ ਕਰਪਟ ਅਫਸਰ ਨੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਜਾਂ ਜਿਹੜੇ ਡਿਊਟੀ ਨਹੀਂ ਦੇ ਰਹੇ ਆਪਣੀ, ਉਹਨਾਂ ਨੂੰ ਵੀ ਘੇਰਨਾ ਚਾਹੀਦਾ ਹੈ। ਇਹਦੇ ਵਿੱਚ ਇਕੱਲੇ ਕਿਸਾਨ ਨਾ ਆਉਣ, ਸਾਰੇ ਸਮਾਜ ਨੂੰ ਉੱਠ ਕੇ ਇਸ ਗੱਲ ਦੇ ਖਾਤਰ ਤੁਰਨਾ ਪੈਣਾ ਜੀ। ਜੀ ਸੁਖਵਿੰਦਰ ਜੀ। ਡਾਕਟਰ ਅਮਨ ਜੀ, ਇੱਕ ਗੱਲ ਜਿਹੜੀ ਆਪਾਂ ਸ਼ੁਰੂ ਦੇ ਵਿੱਚ ਮੈਂ ਸਵਾਲ ਕੀਤਾ ਸੀ ਕਿ ਪ੍ਰਦੂਸ਼ਣ ਜਿਹੜਾ ਹਵਾ ਦੇ ਵਿੱਚ ਹੁੰਦਾ, ਉਹਨੂੰ ਲੈ ਕੇ ਵੀ ਬੜੇ ਸਵਾਲ ਉੱਠਦੇ ਨੇ ਕਿ ਸਰਕਾਰਾਂ ਨੇ ਉਹਦੇ ਲਈ ਕੀ ਚਾਰਾਜੋਈ ਕੀਤੀ। ਫੈਕਟਰੀਆਂ ਲਿਆਂਦੀਆਂ, ਕਹਿੰਦੇ ਵਪਾਰ ਬੜਾ ਵਧੇਗਾ, ਆਰਥਿਕਤਾ ਨੂੰ ਹੁਲਾਰਾ ਮਿਲੇਗਾ, ਪਰ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਨੌਕਰੀਆਂ ਕਰਨ ਵਾਲੇ ਜਿਹੜੇ ਨੇ ਉਹ ਪ੍ਰਵਾਸੀ ਨੇ। ਸਾਡੇ ਪੰਜਾਬੀ ਬਾਹਰ ਜਾ ਕੇ ਪ੍ਰਵਾਸੀ ਬਣ ਕੇ ਕੰਮ ਕਰਦੇ ਨੇ, ਇੱਥੇ ਉਹਨਾਂ ਨੂੰ ਰਾਸ ਨਹੀਂ ਆਉਂਦਾ। ਤੇ ਫੈਕਟਰੀਆਂ ਸਰਕਾਰ ਕਹਿੰਦੀ ਹੈ ਕਿ ਬਹੁਤ ਜ਼ਰੂਰੀ ਨੇ, ਜਿਵੇਂ ਟੈਕਸਟਾਈਲ ਦੀ ਗੱਲ ਹੋਈ ਸੀ ਜਾਂ ਹੋਰ ਫੈਕਟਰੀਆਂ, ਜਿਵੇਂ ਜੋ ਕੁਝ ਉਹਨਾਂ ਨੇ ਹਸ਼ਰ ਪੰਜਾਬ ਦਾ ਕੀਤਾ ਉਹ ਸਾਰਿਆਂ ਦੇ ਸਾਹਮਣੇ ਆ। ਪ੍ਰਦੂਸ਼ਣ ਨੂੰ ਰੋਕਣ ਲਈ, ਜਿਹੜਾ ਹਵਾ ਦਾ ਪ੍ਰਦੂਸ਼ਣ ਹੈ ਉਹਨੂੰ ਰੋਕਣ ਲਈ ਵੀ ਕੋਈ ਨਾ ਕੋਈ ਚਾਰਾਜੋਈ ਜਿਹੜੀ ਉਹ ਨਜ਼ਰ ਨਹੀਂ ਆਉਂਦੀ। ਸੁਖਵਿੰਦਰ ਜੀ, ਚਾਰਾਜੋਈ ਤਾਂ ਹੋਵੇ ਜੇ ਪਹਿਲਾਂ ਆਪਾਂ ਡਾਟਾ ਕਲੈਕਟ ਕਰੀਏ। ਸਾਡੇ ਕੋਲ ਇਹੀ ਡਾਟਾ ਹੈ ਨਹੀਂ ਵੀ ਪ੍ਰਦੂਸ਼ਣ ਕਿੰਨਾ ਹੋ ਰਿਹਾ, ਕਿਹੜੇ ਕਿਹੜੇ ਫੈਕਟਰਾਂ ਕਰਕੇ ਹੋ ਰਿਹਾ। ਜਿਵੇਂ ਮਤਲਬ ਵੀ ਆਪਾਂ ਜੇ 에ਅਰ ਪੋਲਿਊਸ਼ਨ ਦੀ ਗੱਲ ਕਰਦੇ ਹਾਂ, ਪਾਰਟੀਕੂਲੇਟ ਮੈਟਰ ਹੁੰਦੇ ਆ, 에ਅਰੋਸੋਲਸ ਹੁੰਦੇ ਆ, ਹੈਨਾ, ਵੀ ਉਹਨਾਂ ਨੂੰ ਆਪਾਂ ਮੇਜਰ ਕਰਨ ਦੇ, ਮੈਨੂੰ ਨਹੀਂ ਲੱਗਦਾ ਵੀ ਮੈਂ ਕਿਸੇ ਅਜਿਹੀ ਲੈਬ ਨੂੰ ਜਾਣਦਾ ਵੀ ਜਿੱਥੇ ਰੂਟੀਨ ਦੇ ਵਿੱਚ ਕੰਮ ਕੀਤਾ ਜਾਂਦਾ। ਕਿਉਂਕਿ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਅਸੀਂ ਉਹਨਾਂ ਦੇ ਨਾਲ ਪਾਣੀ ਦੇ ਸੈਂਪਲ ਲੈਣ ਤਾਂ ਉਦੋਂ ਆਪਣੇ ਸੀਐਮ ਬਾਦਲ ਸਾਹਿਬ ਸੀ, ਉਹਨਾਂ ਨੇ ਕਿਹਾ ਵੀ ਤੁਸੀਂ ਨਾ ਯੂਨੀਵਰਸਿਟੀ ਦੇ ਸਾਇੰਸਦਾਨ ਆਪ ਸੈਂਪਲ ਲੈਣਗੇ ਤੇ ਆਪ ਟੈਸਟ ਕਰਨਗੇ, ਕਿਉਂਕਿ ਉਹਨਾਂ ਨੂੰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਅਫਸਰਾਂ ਤੇ ਭਰੋਸਾ ਨਹੀਂ ਸੀ। ਸੋ ਮਤਲਬ ਪਹਿਲਾਂ ਆਪਾਂ ਨੂੰ ਇਹ ਬਹੁਤ ਵੱਡੀ ਸਮੱਸਿਆ, ਇਹਦੇ ਨਾਲ ਲੰਗ ਕੈਂਸਰ, ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਕੈਮੀਕਲ ਪੋਲਿਊਟੈਂਟ ਪਾਣੀ ਦੇ ਵਿੱਚ, ਮਤਲਬ ਆਪਣੇ ਜਿਹੜੇ ਹੈਵੀ ਮੈਟਲਸ ਆ, ਜਿਹੜੇ ਦੂਸਰੇ ਹੁੰਦੇ ਆ PFAS ਜਾਂ ਫਿਨੋਲਿਕ ਕੰਪਾਊਂਡ, ਜਾਂ ਇਹਨਾਂ ਦੇ ਨਾਲ ਆਪਣਾ ਕਿਡਨੀ ਕੈਂਸਰ, ਲਿਵਰ ਕੈਂਸਰ, ਟੈਸਟੀਕਲ ਕੈਂਸਰ, ਇੰਟੈਸਟਾਈਨ ਦਾ ਕੈਂਸਰ, ਬ੍ਰੇਨ ਟਿਊਮਰ, ਇਹ ਸਾਰੇ ਇਹਦੇ ਨਾਲ ਜੁੜੇ ਹੋਏ ਆ। ਇਦਾਂ ਹੀ ਜਿਹੜਾ ਆਪਣਾ ਇਹ ਪਾਰਟੀਕੂਲੇਟ ਮੈਟਰ ਦਾ ਪੋਲਿਊਸ਼ਨ ਆ, ਇਹਦੇ ਨਾਲ ਲੰਗ ਕੈਂਸਰ ਹੁੰਦਾ। ਸੋ ਮਤਲਬ ਆਪਾਂ ਨੂੰ ਸੋਚ ਇਸ ਪਾਸੇ ਤੋਰਨ ਦੀ ਲੋੜ ਆ। ਜਿਵੇਂ ਮੈਂ ਹੁਣ ਇਹਦੇ ਨਾਲ ਹੀ ਜੁੜੀ ਹੋਈ ਗੱਲ ਆ, ਆਪਣਾ ਕਲਾਈਮੇਟ ਚੇਂਜ ਦੀ ਗੱਲ ਆ, ਗਲੋਬਲ ਲੈਵਲ ਤੇ ਬਹੁਤ ਵੱਡੇ ਲੈਵਲ 'ਚ ਹੋ ਰਹੀ ਆ, ਪਰੰਤੂ ਪੰਜਾਬ ਦੇ ਵਿੱਚ ਇਸ ਗੱਲ ਬਾਰੇ ਕੋਈ ਚਰਚਾ ਹੀ ਨਹੀਂ ਹੈ। ਇਸ ਵਾਰੀ ਕਣਕ ਦਾ ਝਾੜ 4 ਤੋਂ 5 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਘਟ ਗਿਆ ਆਪਣੇ ਵਾਤਾਵਰਣ 'ਚ ਗਰਮੀ ਪੈਣ ਨਾਲ, ਪਰ PIU ਦੇ ਵਿੱਚ ਇਸ ਗੱਲ ਬਾਰੇ ਕੋਈ ਵੀ ਰਿਸਰਚ ਨਹੀਂ ਹੋ ਰਹੀ। ਸੋ ਮਤਲਬ ਆਪਾਂ ਪਿੱਛੇ ਚੱਲਦੇ ਹਾਂ। ਆਪਾਂ ਤਾਂ ਜਦੋਂ ਘਰੇ ਆਪਣੀ ਆਈ ਜਿਹੜੇ ਜਨ ਬਿਨੋ ਕੁੜੀ ਦੇ ਕੰਨ ਵਾਲਾ ਕੰਮ ਆ, ਵੀ ਆਪਾਂ ਤਾਂ ਜਨ ਆਉਣ ਤੇ ਵੀ ਕੁਝ ਕਰਨ ਨੂੰ ਤਿਆਰ ਨਹੀਂ। ਸੋ ਮਤਲਬ ਗੱਲ ਇਹ ਆ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਵੀ ਜਿਹੜਾ ਬਜਟ ਦੇ ਵਿੱਚ 11,000 ਕਰੋੜ ਦੇ ਵਿੱਚੋਂ ਉਹ ਜਿਹੜਾ 650 ਕਰੋੜ ਆ ਆਪਾਂ ਝੋਨਾ ਪੈਦਾ ਕਰਨ ਤੇ ਉਹਦੀਆਂ ਮੁਸ਼ਕਲਾਂ ਹੱਲ ਕਰਨ ਖਾਤਰ ਰੱਖ ਲਿਆ। ਇਹ ਨਹੀਂ ਦੇਖਿਆ ਵੀ ਝੋਨੇ ਤੋਂ ਬਿਨਾਂ ਖੇਤੀ ਕਰਨ ਖਾਤਰ ਆਪਾਂ ਕਿੰਨਾ ਬਜਟ ਰੱਖਿਆ। ਜਦੋਂ ਤੱਕ ਆਪਾਂ ਮਤਲਬ ਆਪਣੇ ਨੀਤੀਗਤ, ਪੰਜਾਬ ਸਰਕਾਰ ਨੂੰ ਚਾਹੀਦਾ ਪਹਿਲਾਂ ਖੇਤੀ ਦੀ ਨੀਤੀ ਬਣਾਵੇ, ਖੇਤੀ ਦੇ ਨਾਲ ਜੁੜ ਕੇ ਹੀ ਉਦਯੋਗਿਕ ਨੀਤੀ ਬਣੂਗੀ। ਸੋ ਜਿਵੇਂ ਹੁਣ ਐਡਾ ਵੱਡੀ ਗੱਲ ਕੀਤੀ ਵੀ ਵਾਈਸ ਚਾਂਸਲਰ ਤੋਂ ਬਿਨਾਂ ਯੂਨੀਵਰਸਿਟੀ ਚੱਲ ਰਹੀ ਆ। ਸੋ ਮਤਲਬ ਆਪਾਂ ਨੂੰ ਪਤਾ ਲੱਗਦਾ ਵੀ ਸਰਕਾਰ ਆ ਜਿਹੜੀ ਆਪਣੀ ਜ਼ਿੰਮੇਵਾਰੀਆਂ ਦੇ ਵਿੱਚ ਕਿੱਥੇ ਤੱਕ ਜਾ ਰਹੀ ਹੈ, ਕਿੱਥੇ ਤੱਕ ਨਹੀਂ ਜਾ ਰਹੀ। ਇਦਾਂ ਹੀ ਮੈਂ ਜੋੜ ਕੇ ਲਾਸਟ 2-4 ਗੱਲਾਂ ਹੋਰ ਕਰਨੀਆਂ ਚਾਹੁੰਦਾ। ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ, ਮੁਕਤਸਰ ਦੇ ਵਿੱਚ ਜਿਹੜਾ ਪਾਣੀ ਆਪਣਾ ਉੱਥੇ ਜਮ੍ਹਾਂ ਹੋ ਗਿਆ ਕਿਉਂਕਿ ਥੱਲੇ ਨਹੀਂ ਜਾ ਸਕਿਆ, ਕਿਉਂਕਿ ਉਹ ਨਾਲੇ ਬਣੇ ਹੋਏ, ਸੜਕਾਂ ਬਣੇ ਹੋਏ। ਤਾਂ ਉਹਦਾ ਕਾਰਨ ਜਿਵੇਂ ਉਹ ਸਖਤ ਤੈਅ ਕਹਿ ਰਹੇ ਆ, ਪਰੰਤੂ ਪੰਜਾਬ ਦੇ ਵਿੱਚ ਆਪਣੇ ਕੋਲ ਕੋਈ ਉਹਦਾ ਡਾਟਾ ਹੀ ਨਹੀਂ ਹੈ। ਨਾ ਯੂਨੀਵਰਸਿਟੀ ਨੇ ਉਹਦਾ ਕੋਈ ਡਾਟਾ ਇਕੱਠਾ ਕੀਤਾ ਤੇ ਨਾ ਕਿਸੇ ਹੋਰ ਸੰਸਥਾ ਨੇ। ਇਹਦਾ ਹੱਲ ਵੀ ਹੈਗਾ ਜੀ। ਇਹਦੇ ਹੱਲ ਖਾਤਰ ਇਹ ਆ ਵੀ ਆਪਾਂ ਨੂੰ ਡੂੰਘਾ ਹੱਲ, ਜਿਹਨੂੰ ਚਿਜ਼ਲ ਪਲਾਓ ਕਹਿੰਦੇ ਆ, ਉਹ ਚਲਾਇਆ ਜਾਣਾ ਚਾਹੀਦਾ। ਉਹ ਜਾਣੀ ਕਿ ਕਾਫੀ ਡੂੰਘਾ ਹੁੰਦਾ, ਟਰੈਕਟਰ ਦੇ ਪਿੱਛੇ ਇੱਕ ਹੀ ਚੱਲਦਾ, ਉਹ ਇੱਕ ਜਾਂ 2 ਵੱਡੇ ਟਰੈਕਟਰ ਆ ਗਏ ਤਾਂ ਉਹ ਜਿਹੜਾ ਧਰਤੀ ਨੂੰ ਨਾ 45 ਸੈਂਟੀਮੀਟਰ 40-45 ਸੈਂਟੀਮੀਟਰ ਤੱਕ ਚੀਰ ਦਿੰਦਾ। ਉਹਦੇ ਨਾਲ ਜਿਹੜੀ ਉਹ ਸਖਤ ਤੈਅ ਜਿਹੜੀ ਆ
ਉਹ ਟੁੱਟ ਜਾਂਦੀ ਆ। ਪਰੰਤੂ ਇਹਨੂੰ ਚਲਾਉਣ ਖਾਤਰ ਪਹਿਲਾਂ ਟ੍ਰੇਨਿੰਗ ਦੇਣੀ ਪਊਗੀ ਵੀ ਆਪਾਂ ਕਿੰਨੇ ਵੱਤਰ ਤੇ ਚਲਾਉਣਾ। ਜੇ ਉਹਨੂੰ ਆਪਾਂ ਗਿੱਲੀ ਮਿੱਟੀ 'ਚ ਚਲਾ ਲਾਂਗੇ ਉਹਦਾ ਕੋਈ ਫਾਇਦਾ ਨਹੀਂ, ਉਹਨੂੰ ਜਾਣੀ ਕਿ ਸੁੱਕੇ ਵੱਤਰ 'ਚ ਚਲਾਉਣਾ ਪੈਂਦਾ। ਸੋ ਇਦਾਂ ਹੀ ਜਾਣੀ ਕਿ ਆਪਾਂ ਜਿਵੇਂ ਮੈਂ ਗੱਲ ਕੀਤੀ ਸੀ ਬਈ ਜਿਹੜੀ ਕ੍ਰੌਪ ਡਿਵਰਸੀਫਿਕੇਸ਼ਨ ਲਈ ਆਪਾਂ ਨੂੰ ਪਹਿਲਾਂ ਤਾਂ ਫਸਲਾਂ ਜਿਹੜੀਆਂ ਬਦਲਵੀਆਂ ਫਸਲਾਂ ਉਹਨਾਂ ਤੇ ਰਿਸਰਚ ਵਾਲੇ ਪਾਸੇ ਨੂੰ ਜ਼ੋਰ ਦੇਣਾ ਚਾਹੀਦਾ। ਹੁਣ ਬਾਇਓਟੈਕਨੋਲੋਜੀ ਆ ਗਈ, ਜਿਹੜੀ ਰਿਸਰਚ ਅੱਗੇ 10 ਸਾਲ 'ਚ ਹੁੰਦੀ ਸੀ ਉਹ ਆਪਾਂ 2 ਜਾਂ 3 ਸਾਲ 'ਚ ਕਰ ਸਕਦੇ ਹਾਂ। ਪਰੰਤੂ ਆਪਾਂ ਨੂੰ ਉਹ ਕੰਮ ਸ਼ੁਰੂ ਕਰਨੇ ਪੈਣੇ ਆ। PAU ਦੇ ਬਾਇਓਟੈਕਨੋਲੋਜੀ ਡਿਪਾਰਟਮੈਂਟ ਦੇ ਵਿੱਚ ਉੱਥੇ ਵੀ ਕਣਕ ਝੋਨੇ ਦੀ ਉਹ ਖੇਤੀ ਹੋ ਰਹੀ ਆ। ਮਤਲਬ ਜਾਣੀ ਆਪਾਂ ਨੂੰ ਤਰਜੀਹ ਬਦਲਣੇ ਦੀ ਲੋੜ ਆ। ਏਦਾਂ ਹੀ ਜਾਣੀ ਕਿ ਆਪਣਾ ਕੰਢੀ ਦੇ ਵਿੱਚ ਜਿਵੇਂ ਮੈਂ ਦੱਸਿਆ ਵੀ ਜਿਹੜੇ ਇਹ ਨਦੀਆਂ ਨਾਲੇ ਆ, ਡੈਮ ਬਣਾਏ ਗਏ ਆ, ਟੋਭੇ ਬਣਾਏ ਗਏ ਆ। ਆਪਣੇ ਜਿੱਥੇ ਵੀ ਕੋਈ ਪ੍ਰੋਜੈਕਟ ਬਣਦਾ ਆਪਾਂ ਉੱਥੇ ਸੀਮਿੰਟ ਲਾਉਣ ਦੇ ਖਾਤਰ ਬਣਾਇਆ ਜਾਂਦਾ ਮਹਿਕਮਿਆਂ ਵੱਲੋਂ, ਕਿਉਂਕਿ ਸੀਮਿੰਟ ਦੇ ਵਿੱਚੋਂ ਪੈਸੇ ਜ਼ਿਆਦਾ ਬਣਦੇ ਆ। ਸੋ ਜਿਹੜਾ ਆਪਾਂ ਨੇ ਇੱਥੇ ਮੈਂ ਦੇਖਿਆ ਆ ਕਿ ਇੱਥੇ ਇਹ ਆ ਵੀ ਕਿਤੇ ਵੀ ਜੇ ਕੋਈ ਆਪਾਂ ਪ੍ਰੋਜੈਕਟ ਬਣਾਉਣਾ ਕੁਦਰਤ ਦੇ ਸੁਮੇਲ ਦੇ ਵਿੱਚ ਤਾਲਮੇਲ 'ਚ ਚੱਲਣ ਵਾਲਾ ਬਣਾਉਣਾ। ਆਪਾਂ ਨੇ ਜਿਹੜੀਆਂ ਸੀਮੈਂਟ ਜਾਂ ਇਦਾਂ ਦੀਆਂ ਚੀਜ਼ਾਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਆ। ਆਪਾਂ ਨੇ ਜੀਵ ਜੰਤੂਆਂ ਬਨਸਪਤੀ ਦੇ ਨਾਲ ਹੀ ਜਿਹੜਾ ਆਪਾਂ ਨੇ ਕੰਟਰੋਲ ਕਰਨਾ। ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਵੀ ਇੱਥੇ ਵੀ ਡੈਮ ਬਣਦੇ ਆ ਜੀ ਕਿਸੇ ਨਦੀ ਨਾਲੇ ਦੇ ਉੱਪਰ, ਕ੍ਰੀਕ ਦੇ ਉੱਪਰ, ਹੈ ਨਾ, ਛੋਟੀਆਂ ਤੇ ਵੀ ਉਹ। ਪਰ ਜਦੋਂ ਉਹਨਾਂ ਨੂੰ ਡੈਮ ਡਿਜ਼ਾਈਨ ਕੀਤਾ ਜਾਂਦਾ ਉਦੋਂ ਇਹ ਗੱਲ ਜ਼ਰੂਰ ਰੱਖੀ ਜਾਂਦੀ ਵੀ ਉਹਦੇ ਵਿੱਚ ਘੱਟੋ ਘੱਟ ਇੰਨਾ ਪਾਣੀ ਜ਼ਰੂਰ ਚੱਲਦਾ ਰਹੇ ਸਾਰਾ ਸਾਲ, ਤਾਂ ਕਿ ਉਹਦੇ ਨਾਲ ਉਸ ਵਿੱਚ ਰਹਿਣ ਵਾਲੀਆਂ ਮੱਛੀਆਂ, ਡੱਡੂ, ਟਿੱਡੀਆਂ ਜਾਂ ਹੋਰ ਆ ਜਿਹੜੇ ਉਹਨਾਂ ਦੀ ਜੀਵਨ ਸੁਰੱਖਿਅਤ ਰਹੇ। ਕਿਉਂਕਿ ਜੇ ਉੱਥੇ ਕੀੜੇ ਮਕੌੜੇ, ਜੇ ਮੱਛੀਆਂ ਜਾਂ ਡੱਡੂ ਹੋਣਗੇ ਉਹਨਾਂ ਨੇ ਸਾਰਾ ਇਕੋਸਿਸਟਮ ਦੇ ਚੇਨ ਬਣਾ ਕੇ ਰੱਖਣੀ ਆ। ਜੇ ਉਹ ਹੁਣ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਵੀ ਤੁਸੀਂ ਵੀ ਆਪਣਾ ਨਰਮੇ ਦੇ ਵਿੱਚ ਹਰ ਵਾਰੀ ਸੁੰਡੀ ਦੀ ਪ੍ਰੋਬਲਮ ਆ ਜਾਂਦੀ ਆ, ਕੀਟਨਾਸ਼ਕ ਕਦੇ ਚਿੱਟੀ ਮੱਖੀ ਦੀ ਆ ਗਈ, ਕਦੇ ਮਿੱਲੀ ਬੱਗ ਦੀ ਆ ਗਈ। ਉਹਦਾ 2 ਕਾਰਨ ਆ। ਇੱਕ ਤਾਂ ਜਾਣੀ ਕਿ ਬਈ ਇਹ ਬਹੁਤੀਆਂ ਸਮੱਸਿਆਵਾਂ ਬਹੁਤੀਆਂ ਅਕਾਲੀ ਦਲ ਸਰਕਾਰ ਵੇਲੇ ਆਈਆਂ ਤੇ ਉਦੋਂ ਜਿਹੜੀਆਂ ਨਕਲੀਆਂ ਦਵਾਈਆਂ ਦੀ ਭਰਮਾਰ ਰਹੀ, ਤੇ ਇੱਕ ਤਾਂ ਇਹ ਕਾਰਨ ਸੀ। ਦੂਜਾ ਜਿਹੜਾ ਆਪਣਾ ਜਿਹੜਾ ਕੁਦਰਤੀ ਕੰਟਰੋਲ ਸਿਸਟਮ ਆ, ਜਿਹੜੇ ਮਿੱਤਰ ਕੀੜੇ ਹੁੰਦੇ ਆ, ਉਹ ਵੀ ਦਵਾਈਆਂ ਜਿੰਨੀਆਂ ਆਪਾਂ ਵੱਧ ਪਾਵਾਂਗੇ ਉਹ ਵੀ ਮਾਰੇ ਗਏ। ਸੋ ਮਤਲਬ ਕੈਂਸਰ ਦੇ ਨਾਲ ਜਿੱਕਣਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਵੀ PAU ਦੇ ਵਿੱਚ ਜਿਹੜਾ ਪੈਸਟੀਸਾਈਡ ਐਨਾਲਿਸਿਸ ਲਈ ਆ, ਐਂਟੋਮੋਲੋਜੀ ਡਿਪਾਰਟਮੈਂਟ ਦੇ ਵਿੱਚ ਇੱਕ ਲੈਬ ਆ ਤੇ ਉਹਦੇ ਵਿੱਚ ਪਹਿਲਾਂ ਤਾਂ ਕੰਮ ਹੁੰਦਾ ਸੀਗਾ। ਮਤਲਬ ਉਹਦੇ ਵਿੱਚ ਮੈਨੂੰ ਜਿੱਥੋਂ ਤੱਕ ਹੁਣ ਮੈਂ ਕਨਫਰਮ ਨਹੀਂ, ਪਰ ਮੈਨੂੰ ਲੱਗਦਾ ਉਹਦੇ ਵਿੱਚ ਇੱਕ ਵੀ ਪੰਜਾਬੀ ਇਸ ਟਾਈਮ ਤੇ ਸਾਇੰਸਦਾਨ ਨਹੀਂ ਆ। ਤੇ ਉਹ ਜਿਹੜਾ ਕੰਮ ਵੀ ਕਰਦੇ ਆ ਉਹ PAU ਦੇ ਫੀਲਡਾਂ 'ਚ ਆਪਣੀ ਲੈਬ ਦੇ ਵਿੱਚ ਹੀ ਕਰਦੇ। ਉਹਨਾਂ ਨੇ ਕਦੇ ਜ਼ਿਮੀਂਦਾਰਾਂ ਦੇ ਖੇਤਾਂ ਤੋਂ ਜਾ ਕੇ ਸੈਂਪਲ ਨਹੀਂ ਇਕੱਠੇ ਕਰਦੇ। ਏਦਾਂ ਹੀ ਜਿਹੜੀ ਆਪਣੀ ਐਗਰੋਨੋਮੀ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਆਪਣੀਆਂ ਵੀਡੀਸਾਈਡ ਦੀ ਰੈਜ਼ਿਡਿਊ ਹੁੰਦਾ, ਜਿਹੜੀਆਂ ਆਪਾਂ ਨਦੀਨਾਸ਼ਕ ਦਵਾਈਆਂ ਵਰਤਦੇ ਆ, ਉਹਦੀ ਇੱਕ ਲੈਬ ਆ। ਉਸ ਲੈਬ ਦੇ ਵਿੱਚ ਵੀ ਇਦਾਂ ਹੀ ਆ ਵੀ ਉਹ ਆਪਣਾ ਕਦੇ ਉਹਨਾਂ ਨੇ ਜ਼ਿਮੀਂਦਾਰਾਂ ਦੇ ਖੇਤਾਂ 'ਚ ਜਾ ਕੇ ਸੈਂਪਲ ਨਹੀਂ ਲੈਂਦੇ। ਜਿਵੇਂ ਅਸੀਂ ਸੀਗੀ, ਸਾਡੀ ਸੋਇਲ ਐਂਡ ਵਾਟਰ ਟੈਸਟਿੰਗ ਲੈਬ ਸੀ, ਅਸੀਂ ਸਾਰੇ ਪੰਜਾਬ ਦੇ ਵਿੱਚ ਸੈਂਪਲ ਲੈਣ ਜਾਂਦੇ ਸੀ, ਪਰੰਤੂ ਸਾਡਾ ਉਹਨਾਂ ਨਾਲ ਕਦੇ ਵੀ ਤਾਲਮੇਲ ਨਹੀਂ ਹੋਇਆ, ਨਾ ਉਹਨਾਂ ਨੇ ਕਦੇ ਕੀਤੇ ਹੀ ਆ। ਮਤਲਬ ਜਿੰਨੀਆਂ ਦਵਾਈਆਂ ਵਰਤੀਆਂ ਜਾਂਦੀਆਂ ਉਹ ਪਾਉਣ ਤੋਂ ਬਾਅਦ ਉਹ ਧਰਤੀ ਦੇ ਵਿੱਚ ਕਿੰਨੀ ਉਹਨੇ ਬਾਇਓਡੀਗ੍ਰੇਡ ਹੋ ਜਾਂਦੀਆਂ, ਇਹ ਜਾਨੀ ਬੈਕਟੀਰੀਆ ਇਹਨਾਂ ਨੂੰ ਹੌਲੀ ਹੌਲੀ ਖਾ ਲੈਂਦੇ ਆ। ਉਹ ਕਿੰਨੇ ਸਾਲ 'ਚ ਖਤਮ ਹੁੰਦੀਆਂ। ਜਦੋਂ ਆਪਾਂ ਉੱਥੇ ਜਿੱਥੇ 5 ਸਪਰੇਆਂ ਦੀ ਲੋੜ ਸੀ ਉੱਥੇ 20 ਸਪਰੇਆਂ ਹੋਈਆਂ ਤਾਂ ਕਿੱਡਾ ਜ਼ਿਆਦਾ ਲੋਡ ਬਣ ਗਿਆ ਜ਼ਮੀਨ ਦੇ ਵਿੱਚ ਉਹ। ਤਾਂ ਉਹਨੇ ਫਿਰ ਜਦੋਂ ਪਾਣੀ ਦੇ ਨਾਲ, ਆਪਣੀ ਖੁਰਾਕ ਦੇ ਨਾਲ, ਸਬਜ਼ੀਆਂ ਜਾਂ ਦਾਲਾਂ ਦੇ ਨਾਲ, ਆਪਣੇ ਭੋਜਨ ਦੇ ਥਾਈਂ ਆਪਣੇ ਅੰਦਰ ਜਾਣਾ ਤਾਂ ਉਹਨੇ ਕੈਂਸਰ ਹੀ ਕਰਨਾ। ਸੋ ਆਪਾਂ ਨੂੰ ਜਾਗਰਤ ਹੋਣ ਦੀ ਵੀ ਲੋੜ ਆ ਵੀ ਬੇਲੋੜੀਆਂ ਸਪਰੇਆਂ ਵੀ ਨਾ ਕਰੀਏ। ਪਰ ਉਦੋਂ ਵੱਡੀ ਜ਼ਿੰਮੇਵਾਰੀ ਜਿਵੇਂ ਹੁਣ ਖੇਤੀਬਾੜੀ ਮਹਿਕਮੇ ਤੇ ਗੱਲ ਆਉਂਦੀ ਹੈ ਜੀ, ਐਤਕੀ ਹੁਣ ਬੜਾ ਰੌਲਾ ਪੈ ਰਿਹਾ ਵੀ ਸੂਰਜਮੁਖੀ ਦਾ ਬੀਜ ਜਾਲੀ ਨਿਕਲਿਆ ਆ, ਆਪਣਾ ਨਰਮੇ ਦਾ ਬੀਜ ਜਾਲੀ ਨਿਕਲਿਆ ਆ। ਜਦ ਤੱਕ ਇਹ ਆਪਾਂ ਇਮਾਨਦਾਰੀ ਨਾਲ ਕੰਮ ਨਹੀਂ ਕਰਾਂਗੇ ਵੀ ਸਹੀ ਬੀਜ ਤੇ ਸਹੀ ਚੀਜ਼ਾਂ, ਹੁਣ ਜਿਵੇਂ ਖੇਤੀ ਮਸ਼ੀਨਰੀ ਦਾ ਕਿੱਡਾ ਵੱਡਾ ਘਪਲਾ, ਜਾਣੀ ਕਿ ਉਹ ਮੈਨੂੰ ਵੀ ਪਤਾ ਵੀ ਉਹ ਜਿਹੜੀ ਮਸ਼ੀਨ 80,000 ਦੀ ਸੀਗੀ, ਜਦੋਂ ਉਹਦੇ ਉੱਪਰ ਸਬਸਿਡੀ ਅਨਾਉਂਸ ਹੋ ਗਈ ਉਹ 1.5 ਲੱਖ ਦੀ ਹੋ ਗਈ। ਕਿਉਂਕਿ ਉਹ ਤੇ 50% ਸਬਸਿਡੀ ਮਿਲਣੀ ਸੀ, ਉਹਨਾਂ ਨੇ ਉਹਦਾ ਰੇਟ ਹੀ ਡਬਲ ਕਰਤਾ। ਉਹ ਜਿਹੜੀ ਸਬਸਿਡੀ ਵਾਲੇ ਪੈਸੇ ਆ ਉੱਪਰ ਵਾਲਿਆਂ ਨੇ ਰਲ ਕੇ ਖਾ ਲੈਣੇ, ਜ਼ਿਮੀਂਦਾਰ ਨੂੰ ਮਸ਼ੀਨ ਉਹਨੇ ਦੀ ਉਹ ਪੈਣੀ ਆ। ਸੋ ਮਤਲਬ ਜਦ ਤੱਕ ਇਮਾਨਦਾਰੀ ਦੇ ਨਾਲ ਸਹੀ ਨੀਤੀਆਂ ਨਹੀਂ ਬਣਾਈਆਂ ਜਾਂਦੀਆਂ ਤੇ ਇੱਕ ਵਿਜ਼ਨ ਦੀ ਘਾਟ ਆ। ਵਿਜ਼ਨ ਜਾਣੀ ਕਿ ਇਹ ਹੁੰਦਾ ਵੀ ਅੱਜ ਤੋਂ ਅੱਗੇ ਵਾਲੇ ਸਮੇਂ ਦਾ, ਪਰੰਤੂ ਜੇ ਅੱਜ ਖਾਤਰ ਵੀ ਨਹੀਂ ਹੋ ਰਿਹਾ ਕੰਮ, ਉਹੀ ਗੱਲ ਕਹਿਣਾ ਵੀ ਭਗਵੰਤ ਮਾਨ ਸਰਕਾਰ ਨੂੰ ਪਲੈਨਿੰਗ ਕਮਿਸ਼ਨ ਦੇ ਮੈਂਬਰ ਲਾਉਣ ਨਾਲੋਂ ਪਹਿਲਾਂ ਖੇਤੀ ਨੀਤੀ ਖਾਤਰ ਇੱਕ ਐਗਰੀਕਲਚਰ ਕਮਿਸ਼ਨ ਬਣਾਉਣ ਦੀ ਲੋੜ ਆ, ਜਿਹਦੇ ਵਿੱਚ ਸਾਰੇ ਸਟੇਕ ਹੋਲਡਰਸ, ਕਿਸਾਨ, ਮਹਿਕਮਾ, ਖੇਤੀਬਾੜੀ ਮਹਿਕਮਾ, ਯੂਨੀਵਰਸਿਟੀ, ਇਕੋਨੋਮਿਸਟ ਖੇਤੀਬਾੜੀ ਦੇ, ਇਹਨਾਂ ਸਾਰਿਆਂ ਨੂੰ ਜੋੜ ਕੇ ਕਿਸਾਨ ਧਿਰਾਂ ਦੇ ਲੀਡਰ ਹੋਣ, ਇਹਨਾਂ ਦੇ ਨਾਲ ਰਲ ਕੇ ਕੰਮ ਕੀਤਾ ਜਾਵੇ। ਤੇ ਉਸ ਤੋਂ ਬਾਅਦ ਯੂਨੀਵਰਸਿਟੀ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਲੋੜ ਆ ਵੀ ਉਹ ਕਣਕ ਝੋਨੇ ਦਾ ਖਹਿੜਾ ਛੱਡਣ ਉੱਥੇ, ਤੇ ਉਹ ਬਦਲਵੀਆਂ ਫਸਲਾਂ ਬਾਰੇ ਰਿਸਰਚ ਕਰਨ। ਜਿਵੇਂ ਮੈਂ ਤੁਹਾਨੂੰ ਬਦਾਮਾਂ ਦੀ ਗੱਲ ਕੀਤੀ, ਗੁਆਰਾ ਹੁੰਦਾ ਆਪਣੇ ਮਾਲਵੇ ਦੇ ਵਿੱਚ ਬਹੁਤ ਜ਼ਿਆਦਾ, ਤੇ ਜਿੱਥੇ ਵੀ ਆਪਣੇ ਅੱਜ ਕੱਲ੍ਹ ਤੇਲ ਕੱਢਣ ਲਈ ਤੁਸੀਂ ਸੁਣਿਆ ਹੋਣਾ ਫਰੈਕਿੰਗ ਟੈਕਨੋਲੋਜੀ ਵਰਤੀ ਜਾਂਦੀ ਆ। ਸੋ ਫਰੈਕਿੰਗ ਟੈਕਨੋਲੋਜੀ ਦੇ ਵਿੱਚ ਗੁਆਰ ਗਮ ਯੂਜ਼ ਕੀਤੀ ਜਾਂਦੀ ਆ, ਜਿਹੜੀ ਗੁਆਰੇ ਤੋਂ ਬਣਦੀ ਆ। ਆਪਾਂ ਕਿਉਂ ਨਹੀਂ ਆਪਾਂ ਗੁਆਰਾ ਪੈਦਾ ਕਰਕੇ, ਉਹਦੀ ਬਹੁਤ ਹਾਈ ਡਿਮਾਂਡ ਆ ਜਾਣੀ ਗਲੋਬਲ ਮਾਰਕੀਟ ਦੇ ਵਿੱਚ,
ਆਪਾਂ ਗਵਾਰਾ ਪੈਰਾ ਕਰੀਏ, ਉਹਦੀ ਗਵਾਰ ਕੰਮ ਆਪਣੀਆਂ ਉੱਥੇ ਫੈਕਟਰੀਆਂ ਲੱਗਣ ਤੇ ਉਹ ਸਰਕਾਰ ਉਹ ਕਰੇ, ਇਸ ਪਾਸੇ ਨੂੰ ਤੁਰੇ। ਇਦਾਂ ਹੀ ਆਪਣੇ ਹੈਂਪ ਦੀ ਖੇਤੀ ਹੋ ਸਕਦੀ ਹੈ ਜੀ, ਫਾਈਬਰ ਖਾਤਰ ਕਾਟਨ ਹੁੰਦੀ ਆ ਜਾਂ ਹੈਂਪ ਹੁੰਦੀ ਆ। ਹੁਣ ਨਵੀਂ ਟੈਕਨੋਲੋਜੀ ਆ ਗਈ, ਪਰ ਗੱਲ ਹੈ ਵੀ ਉਹਦੀ ਆਪਾਂ ਨੂੰ ਜਿਹੜੀਆਂ ਵੈਰਾਈਟੀਆਂ ਬਾਹਰੋਂ ਲਿਆ ਕੇ ਆਪਾਂ ਨੂੰ 2-3 ਸਾਲ ਤਾਂ ਉੱਤੇ ਉਹਨਾਂ ਨੂੰ ਘੱਟੋ ਘੱਟ ਜਾਣੀ 3 ਸਾਲ ਤਾਂ ਪੰਜਾਬ ਦੇ ਵਿੱਚ ਉਹਨਾਂ ਨੂੰ ਟੈਸਟ ਕਰਨ ਤੇ ਉਹ ਤੇ ਲੱਗਣਗੇ, ਪਰੰਤੂ ਗੱਲ ਹੈ ਵੀ ਉਸ ਪਾਸੇ ਤੁਰਨ ਦੀ ਲੋੜ ਆ। ਇਦਾਂ ਹੀ ਜਿਵੇਂ ਹੁਣ ਸਬਜ਼ੀਆਂ, ਮੈਂ ਜਾਨੀ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਵੀ ਪੀਏਯੂ ਦੇ ਸਬਜ਼ੀਆਂ ਵਿਭਾਗ ਦੇ ਵਿੱਚ ਇੱਕ ਵਿਗਿਆਨੀ ਕੋਲੇ 3-3 ਸਬਜ਼ੀਆਂ ਤੇ ਖੋਜ ਕਰ ਰਿਹਾ। ਉਹ ਇੱਕੇ ਵਿਗਿਆਨੀ ਟਮਾਟਰ, ਭਿੰਡੀ, ਬਤਾਊਆਂ ਸਾਰੇ ਤੇ ਇੱਕ ਉਹਦੇ ਕੋਲੇ ਆ, ਤੇ ਕਿੱਥੇ ਕਣਕ ਝੋਨੇ ਤੇ 70-80 ਬੰਦੇ ਲੱਗੇ ਹੋਏ ਆ। ਸੋ ਜਦ ਤੱਕ ਇਹ ਨੀਤੀਗਤ ਫੈਸਲੇ ਨਹੀਂ ਹੁੰਦੇ ਤਾਂ ਉਦੋਂ ਤੱਕ ਪੰਜਾਬ ਦੀ ਖੇਤੀ ਦਾ ਮੈਨੂੰ ਲੱਗਦਾ ਨਹੀਂ, ਜਾਂ ਪੰਜਾਬ ਦੇ ਪਾਣੀਆਂ ਦਾ ਸੰਕਟ ਹੱਲ ਹੋਣਾ ਬਹੁਤ ਔਖੀ ਗੱਲ ਆ। ਜਿਵੇਂ ਤੁਸੀਂ ਗੱਲ ਕੀਤੀ ਸੱਚ ਤੁਪਕਾ ਸਿੰਚਾਈ ਦੀ, ਮੈਂ ਉਹ ਐਂਡ ਤੇ ਉਹ ਗੱਲ ਜ਼ਰੂਰ ਕਰਨੀ ਚਾਹੁੰਦਾ। ਉਹ ਇੱਕ ਬੜੀ ਵਧੀਆ ਸਕੀਮ ਆ। ਉਹਦੇ ਵਿੱਚ ਦੇਖੋ ਸੈਂਟਰ ਦੀ ਸਕੀਮ ਆ ਮਾਈਕਰੋ ਇਰੀਗੇਸ਼ਨ ਸਿਸਟਮ। ਉਹਦੇ ਵਿੱਚ ਜਾਨੀ ਕਿ ਆਪਾਂ ਨੂੰ ਸੈਂਟਰ ਨੇ 40% ਪੈਸੇ ਦੇਣੇ ਆ, 10% ਸੂਬਾ ਸਰਕਾਰ ਨੇ ਪਾਉਣੇ ਆ ਤੇ 50% ਜ਼ਿਮੀਦਾਰ ਨੇ ਪਾਉਣੇ ਆ। ਤੇ ਜੇ ਉਹ ਡ੍ਰਿਪ ਤੇ ਸਪ੍ਰਿੰਕਲਰ ਇਰੀਗੇਸ਼ਨ ਲਾਊਗਾ ਤਾਂ ਉਹਦੇ ਵਿੱਚ 75% ਤੱਕ ਦੀ ਵੀ ਸਬਸਿਡੀ ਹੈਗੀ ਆ। ਪਰੰਤੂ ਇੱਥੇ ਵੀ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਖੇਤੀ ਮਸ਼ੀਨਰੀ ਵਾਲੀ ਗੱਲ ਆ ਜਾਂਦੀ ਆ। ਜੋ ਕਿਸੇ ਫਾਰਮਰ ਦਾ ਪ੍ਰੋਜੈਕਟ ਆ, ਜਾਨੀ ਕਿ ਉਹ 2.5 ਲੱਖ ਦਾ ਉਹਦਾ ਐਸਟੀਮੇਟ ਬਣਿਆ, ਤਾਂ ਉਹ ਜਾਨੀ ਕਿ ਪਹਿਲਾਂ ਹੀ ਉਹਨੂੰ ਉਨਾ ਕੁ ਵਧਾਤਾ ਜਾਂਦਾ ਵੀ ਉਹ ਸਬਸਿਡੀ ਵਾਲਾ ਜਿਹੜਾ ਉੱਪਰ ਵਾਲੇ ਪਾਸੇ ਖਤਮ ਹੋ ਜਾਂਦਾ। ਸੋ ਗੱਲ ਇਹ ਹੈ ਵੀ ਕਰਪਸ਼ਨ ਖਤਮ ਕਰਨ ਦੀ ਲੋੜ ਆ, ਤੇ ਪੰਜਾਬ ਦੇ ਵਿੱਚ ਜਿਹੜਾ ਜਿੱਥੇ ਧਰਤੀ ਹੇਠਲਾ ਪਾਣੀ ਖਰਾਬ ਆ ਉੱਥੇ ਇਸ ਟੈਕਨੋਲੋਜੀ ਨੂੰ ਵਰਤਿਆ ਜਾਣਾ ਚਾਹੀਦਾ। ਸੈਂਟਰ ਦੇ ਪੈਸੇ ਵਰਤੇ ਜਾਣੇ ਚਾਹੀਦੇ ਆ। ਨਰਮੇ ਦੇ ਵਿੱਚ ਵੀ ਡ੍ਰਿਪ ਨਾਲ ਇਰੀਗੇਸ਼ਨ ਹੋ ਸਕਦੀ ਆ, ਬਾਗ ਲੱਗ ਸਕਦੇ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਨਵੀਆਂ ਫਸਲਾਂ ਟਰਾਈ ਕਰੋ। ਸੋ ਇਸ ਤਰ੍ਹਾਂ ਜਿਹੜਾ ਉਹ ਆਪਣਾ ਇਹਨਾਂ ਜ਼ਿਲ੍ਹਿਆਂ ਚੋਂ ਪਾਣੀ ਬਚੂਗਾ ਜਿੱਥੇ ਸਾਊਥ ਵੈਸਟਰਨ ਡਿਸਟ੍ਰਿਕਟ ਆ, ਉਹ ਪਾਣੀ ਬਚਾ ਕੇ ਮੁੜ ਕੇ ਸੈਂਟਰ ਪੰਜਾਬ ਨੂੰ ਦਿੱਤਾ ਜਾਵੇ, ਜਿੱਥੇ ਟਿਊਬਲ ਵਾਟਰ ਦਾ ਪਾਣੀ ਆਪਾਂ ਵੱਧ ਵਰਤਦੇ ਹਾਂ। ਸੋ ਇੱਥੇ ਗਰਾਊਂਡ ਵਾਟਰ ਦੇ ਉੱਪਰ ਪ੍ਰੈਸ਼ਰ ਘਟ ਜਾਊਗਾ। ਸੋ ਇਦਾਂ ਮਤਲਬ, ਤੇ ਦੂਸਰੀ ਗੱਲ ਵੀ ਉਹ ਫਸਲਾਂ ਪੈਦਾ ਕੀਤੀਆਂ ਜਾਣ ਬਸ ਜਿਹਨਾਂ ਦੀ ਫੂਡ ਪ੍ਰੋਸੈਸਿੰਗ ਹੋ ਕੇ ਆਪਾਂ ਐਕਸਪੋਰਟ ਕਰ ਸਕੀਏ। ਤੇ ਲਾਸਟ ਸੁਨੇਹਾ ਮੈਂ ਦੇਣਾ ਚਾਹੁੰਦਾ ਕਿਸਾਨ ਜਥੇਬੰਦੀਆਂ ਨੂੰ ਵੀ, ਤੁਸੀਂ ਬਹੁਤ ਵਧੀਆ ਹੰਬਲਾ ਮਾਰਿਆ ਗੁਰਾਹਾਂ ਸਾਹਿਬ ਨੇ ਜਾਂ ਕਿਰਤੀ ਕਿਸਾਨ ਯੂਨੀਅਨ ਨੇ ਤੇ ਜਾਂ ਆਪਣਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਿਆਂ ਨੇ, ਤੇ ਪੰਜਾਬੀ ਸਾਰੇ ਇਹਨਾਂ ਦਾ ਸਾਥ ਦਿਓ। ਪਾਣੀ ਸਾਰਿਆਂ ਦਾ ਸਾਂਝਾ, ਪਰੰਤੂ ਇੱਕ ਕੇਂਦਰ ਸਰਕਾਰ ਤੇ ਹੋ ਰਹੇ ਦਬਾਅ ਪਾਉਣ ਵੀ ਜਿਹੜਾ ਪਾਕਿਸਤਾਨ ਸਾਡਾ ਵਾਹਗਾ ਬਾਰਡਰ ਖੋਲਿਆ ਜਾਵੇ। ਜੇ ਆਪਣਾ ਵਾਘੇ ਥਣੀ ਵਪਾਰ ਖੁੱਲ ਜੂਗਾ ਤਾਂ ਆਪਾਂ ਜਿਹੜੀ ਮਰਜ਼ੀ ਫਸਲ ਪੈਦਾ ਕਰੀਏ, ਉਧਰ ਇੰਨੀ ਡਿਮਾਂਡ ਆਪਾਂ ਪੂਰੀ ਨਹੀਂ ਕਰ ਸਕਦੇ। ਹੁਣ ਮੈਂ ਇਹਦੇ ਵਿੱਚ ਇੱਕ ਜੋੜ ਕੇ ਗੱਲ ਕਰਦਾ ਵੀ ਕੇਂਦਰ ਸਰਕਾਰ ਆਪਾਂ ਨੂੰ ਲਗਭਗ 42,000 ਰੁਪਇਆ ਕੈਸ਼ ਕ੍ਰੈਡਿਟ ਲਿਮਟ ਦਿੰਦੀ ਆ ਆਪਣੀ ਕਣਕ ਝੋਨਾ ਖਰੀਦਣ ਖਾਤਰ। ਸੋ ਕੇਂਦਰ ਸਰਕਾਰ ਸਾਨੂੰ ਪੈਸੇ ਦੇ ਦੇ, ਫਸਲ ਅਸੀਂ ਜਿਹੜੀ ਮਰਜ਼ੀ ਖਰੀਦ ਲਈਏ, ਉਹਨੂੰ ਵੇਚ ਕੇ ਵਾਪਸ ਕਰ ਦਈਏ, ਕਣਕ ਝੋਨਾ ਹੀ ਕਿਉਂ ਖਰੀਦੀਏ। ਸੋ ਏਦਾਂ ਨਵੀਆਂ ਸੋਚ, ਆਊਟ ਆਫ ਬਾਕਸ ਥਿੰਕਿੰਗ ਦੀ ਲੋੜ ਆ ਜੀ। ਸੁਖਵਿੰਦਰ ਜੀ ਕੋਈ ਹੋਰ ਸਵਾਲ ਹੋਵੇ ਤਾਂ ਜੀ। ਜੀ ਸ਼ੁਕਰੀਆ ਹਰਮਨ ਜੀ, ਬਹੁਤ ਧੰਨਵਾਦ। ਸਮਾਂ ਸੀਮਤ ਸੀ ਇਸ ਕਰਕੇ ਅੱਜ ਲਈ ਇੰਨਾ ਹੀ। ਠੀਕ ਹੈ ਜੀ, ਧੰਨਵਾਦ ਸਾਰੇ ਸਰੋਤਿਆਂ ਦਾ ਤੇ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਕੈਨੇਡਾ ਦੇ BC ਤੋਂ ਡਾਕਟਰ ਹਰਮਨਜੀਤ ਸਿੰਘ। ਪਾਣੀ ਪ੍ਰਦੂਸ਼ਣ ਤੇ ਹਵਾ ਪ੍ਰਦੂਸ਼ਣ ਤੇ ਕਿਸਾਨੀ ਸਮੱਸਿਆਵਾਂ ਜਾਂ ਆਮ ਲੋਕਾਂ ਦੀਆਂ ਸਮੱਸਿਆਵਾਂ, ਲੋਕਾਂ ਨੂੰ ਇਕਜੁੱਟ ਕਿੱਦਾਂ ਹੋਣਾ ਚਾਹੀਦਾ, ਹੈ ਸਭ ਦੇ ਉੱਤੇ ਅਸੀਂ ਚਰਚਾ ਕੀਤੀ ਹੈ। ਗਾਂ ਜਿਹੜਾ ਹੁਣ ਅਗਲੇ ਸਮੇਂ ਦੇ ਵਿੱਚ ਇੱਕ ਵਾਰ ਫੇਰ ਸਰਕਾਰ ਦੇ ਲਈ ਚੁਣੌਤੀ ਬਣ ਜਾਣਾ, ਕਿਉਂਕਿ ਸਰਕਾਰ ਨਵੀਂ ਹੈ ਤੇ ਨਵੀਂ ਸਰਕਾਰ ਜਿਵੇਂ ਪਹਿਲਾਂ ਹੀ ਕਹਿੰਦੇ ਹੁੰਦੇ ਸੀ ਕਿ ਦਿੱਲੀ ਨੂੰ ਪ੍ਰਦੂਸ਼ਣ ਜਾਂਦਾ ਤੇ ਪੰਜਾਬ ਦੇ ਪ੍ਰਦੂਸ਼ਣ ਦਾ ਜਿਹੜਾ ਪਰਾਲੀ ਦਾ ਪ੍ਰਦੂਸ਼ਣ ਹੋਣਾ, ਉਹਦਾ ਹੱਲ ਕਿਸ ਤਰ੍ਹਾਂ ਕੱਢਣਗੇ, ਉਹਦੇ ਉੱਤੇ ਵੀ ਨਜ਼ਰਾਂ ਬਣੀਆਂ ਹੋਈਆਂ ਕਿ ਹਾਲੇ ਕੀ ਉਹਦੇ ਬਾਰੇ ਤੁਸੀਂ ਕੋਈ ਨੀਤੀ ਬਣਾਈ, ਚਰਚਾ ਕਿਸ ਤਰ੍ਹਾਂ ਦੀ ਛਿੜੀ ਹੈ। ਮੁੱਖ ਮੰਤਰੀ ਭਗਵੰਤ ਮਾਨ ਹਰ ਸਟੇਜ ਦੇ ਉੱਤੇ ਤਕਰੀਬਨ ਕਹਿ ਹੀ ਦਿੰਦੇ ਨੇ ਕਿ ਅਸੀਂ ਦੇਖਿਓ ਤੁਸੀਂ ਪਰਾਲੀ ਵਾਲੇ ਮਸਲੇ ਦਾ ਕੀ ਹੱਲ ਕੱਢਦੇ। ਕਿਸਾਨ ਵੀ ਉਡੀਕ ਰਹੇ ਨੇ ਕਿ ਕਦੋਂ ਉਹਨਾਂ ਦੀਆਂ ਜੇਬਾਂ ਦੇ ਵਿੱਚ ਉਹ ਪਰਾਲੀ ਵਾਲੇ ਮਸਲੇ ਦਾ ਹੱਲ ਕੱਢ ਕੇ ਉਹਨਾਂ ਦੀ ਜੇਬਾਂ 'ਚ 2 ਪੈਸੇ ਜਾਣ, ਤਾਂ ਕਿ ਉਹਨਾਂ ਦਾ ਪਿੰਡ ਵੀ ਸਾਹ ਚੰਗਾ ਲੈ ਸਕੇ, ਉਹਨਾਂ ਦੇ ਆਲੇ ਦੁਆਲੇ ਦਾ ਸਾਹ ਵੀ ਸੁਖਾਲਾ ਰਹਿ ਸਕੇ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।